ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰਿਆਂ ਨੂੰ ਗੁਰਮੰਤ ਸਿੰਘ ਗਰੇਵਾਲ ਵੱਲੋਂ ਹਾਰਦਿਕ ਸਵਾਗਤ। ਅੱਜ ਗੱਲਬਾਤ ਕਰਾਂਗੇ ਮੌਸਮ ਦੀ ਕਰੋਪੀ ਤੇ ਫਾਰਮਰਸ ਦੇ ਹੋਏ ਨੁਕਸਾਨ ਬਾਰੇ। ਫਰੇਜ਼ਰ ਵੈਲੀ ਵਿੱਚ ਸਥਿਤ ਫਾਰਮਰਸ ਨਾਲ ਇੱਕ ਅਹਿਮ ਗੱਲਬਾਤ। ਮਈ ਜੂਨ ਦੇ ਮਹੀਨਿਆਂ 'ਚ ਹੀਟ ਡੋਮ ਕਰਕੇ ਅੱਤ ਦੀ ਪਈ ਗਰਮੀ ਤੇ ਬਾਅਦ ਵਿੱਚ ਲੱਗੀਆਂ ਅੱਗਾਂ ਨੇ ਤੋੜੇ ਰਿਕਾਰਡ। ਹੁਣ ਐਟਮੋਸਫੇਰਿਕ ਰਿਵਰ ਕਰਕੇ 24 ਘੰਟਿਆਂ ਦੀ ਮੁਸਲਾਧਾਰ ਮੀਂਹ ਨੇ ਤੋੜੇ ਰਿਕਾਰਡ। ਫਲੱਡਸ, ਮੱਡ ਸਲਾਈਡ, ਲੈਂਡ ਸਲਾਈਡ, ਰੇਲਵੇ ਤੇ ਹਾਈਵੇ ਤੇ ਪਈਆਂ ਰੁਕਾਵਟਾਂ, ਆਵਾਜਾਈ ਠੱਪ, ਸਪਲਾਈ ਚੇਨ 'ਚ ਪਏ ਵਿਘਨ, ਜ਼ਰੂਰੀ ਵਸਤਾਂ ਦੀ ਹੋਈ ਥੋੜ। ਬ੍ਰਿਟਿਸ਼ ਕੋਲੰਬੀਆ ਵਿੱਚ ਲੱਗੀ ਐਮਰਜੈਂਸੀ, ਫੌਜੀ ਅਮਲੇ ਦੀ ਪਈ ਲੋੜ। ਆਉਣ ਵਾਲੇ ਦਿਨਾਂ 'ਚ ਹੋਰ ਮੀਂਹ ਤੇ ਸਨੋ ਦੀ ਹੋਈ ਭਵਿੱਖਬਾਣੀ। 5 ਮੌਤਾਂ, ਹਜ਼ਾਰਾਂ ਲੋਕ ਬੇਘਰ, ਜਾਨਵਰਾਂ ਦੀਆਂ ਮੌਤਾਂ ਤੇ ਤਕਰੀਬਨ $1 ਬਿਲੀਅਨ ਦਾ ਹੋਇਆ ਮਾਲੀ ਨੁਕਸਾਨ। ਇੰਨੇ ਨੁਕਸਾਨ ਲਈ ਕੀ ਹਨ ਕਾਰਨ ਤੇ ਕੌਣ ਹੈ ਜ਼ਿੰਮੇਵਾਰ? ਗੌਰਮੈਂਟਾਂ ਦੀ ਢਿੱਲ ਤੇ ਜ਼ਿੰਮੇਵਾਰੀ ਤੋਂ ਕੋਤਾਹੀ, ਭਵਿੱਖ ਦੀ ਪਲਾਨ ਤੇ ਲੱਗੇ ਸਵਾਲੀਆ ਚਿੰਨ੍ਹ। ਕਿਸਾਨਾਂ ਦੀਆਂ ਫਸਲਾਂ ਤੇ ਫਾਰਮਾਂ ਦੀ ਕਰੋਪੀ ਤੇ ਹੋਏ ਨੁਕਸਾਨ ਬਾਰੇ ਅੱਜ ਕਰਾਂਗੇ ਤੁਹਾਡੇ ਨਾਲ ਗੱਲਬਾਤ। ਮੈਂ ਇੱਥੇ ਇਹ ਵੀ ਮੈਂਸ਼ਨ ਕਰ ਦਿਆਂ ਕਿ ਐਬਟਸਫੋਰਡ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਸਾਰਿਆਂ ਨਾਲੋਂ ਵੱਡੀ ਮਿਊਨਿਸਪੈਲਿਟੀ ਹੈ, 390 ਸਕੁਅਰ ਕਿਲੋਮੀਟਰ ਦਾ ਤਕਰੀਬਨ ਏਰੀਆ ਇਸ ਮਿਊਨਿਸਪੈਲਿਟੀ ਥੱਲੇ ਆਉਂਦਾ। ਇਹਦੇ ਵਿੱਚ 72% ਦੇ ਕਰੀਬ ਜਿੰਨੀ ਜ਼ਮੀਨ ਹੈ ਉਹ ਐਗਰੀਕਲਚਰ ਲੈਂਡ ਰਿਜ਼ਰਵ ਦੇ ਥੱਲੇ ਆਉਂਦੀ ਹੈ। ਪਰ ਇੱਥੇ ਇੰਟੈਂਸੀਫਾਈਡ ਤੇ ਡਾਈਵਰਸੀਫਾਈਡ ਫਾਰਮਿੰਗ ਹੁੰਦੀ ਹੈ, ਜਿਹੜੀ ਕਿ ਕੈਨੇਡਾ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਇਨਫੈਕਟ ਐਗਰੀਕਲਚਰ ਹੈ ਜਿਹੜੀ, ਉਹ ਐਬਟਸਫੋਰਡ ਦਾ ਇੱਕ ਇਕਨੋਮਿਕ ਆਈਕਨ ਹੈ, ਇਕਨੋਮਿਕ ਪਿਲਰ ਹੈ ਐਬਟਸਫੋਰਡ ਤੇ ਫਰੇਜ਼ਰ ਵੈਲੀ ਦੀ ਇਕੋਨਮੀ ਦਾ। 2011 ਦੇ ਮੁਤਾਬਕ ਜਿਹੜੀ ਮਰਦਮਸ਼ੁਮਾਰੀ ਹੋਈ ਸੀ, ਉਹਦੇ ਮੁਤਾਬਕ ਤਕਰੀਬਨ 635 ਮਿਲੀਅਨ ਦਾ ਗ੍ਰੋਸ ਰੈਵਨਿਊ ਐਗਰੀਕਲਚਰ ਤੋਂ ਪ੍ਰੋਡਿਊਸ ਹੁੰਦਾ ਇਸ ਏਰੀਆ ਦੇ ਵਿੱਚ। 1400 ਦੇ ਕਰੀਬ ਇੱਥੇ ਫਾਰਮਰਸ ਨੇ, 7000 ਦੇ ਕਰੀਬ ਇੰਪਲੋਈਜ਼ ਇੱਥੇ ਕੰਮ ਕਰਦੇ ਨੇ। ਜੌਬ ਕ੍ਰੀਏਸ਼ਨ ਹੁੰਦੀ ਹੈ ਇਸ ਫਾਰਮਿੰਗ ਏਰੀਆ ਦੇ ਵਿੱਚ। ਅੱਧੇ ਫਾਰਮ ਨੇ ਜਿਹੜੇ ਉਹ ਤਕਰੀਬਨ 10 ਤੋਂ 69 ਏਕੜ ਦੇ ਵਿਚਾਲੇ ਨੇ। 35% ਫਾਰਮ ਨੇ ਜਿਹੜੇ ਉਹ 10 ਏਕੜਾਂ ਤੋਂ ਘੱਟ ਜ਼ਮੀਨ ਦੇ ਉੱਤੇ ਨੇ। ਸਿਰਫ 1% 400 ਏਕੜ ਤੋਂ ਵੱਧ ਵਾਲੇ ਫਾਰਮ ਨੇ। ਇਹਨਾਂ ਫਾਰਮਾਂ ਦੇ ਵਿੱਚ 65% ਦੇ ਕਰੀਬ ਫਾਰਮ ਓਨਰਸ ਨੇ ਜਿਹੜੇ ਉਹ ਫਾਰਮ ਨੂੰ, ਜ਼ਮੀਨ ਨੂੰ ਉਹਦੇ ਮਾਲਕ ਨੇ। ਜੇ ਆਪਾਂ ਫਸਲਾਂ ਦੀ ਗੱਲ ਕਰੀਏ, 34% ਦੇ ਕਰੀਬ ਜਿਹੜੀਆਂ ਫਸਲਾਂ ਨੇ ਇੱਥੇ ਉਹ ਘਾਹ ਤੇ ਚਾਰਾ ਜਾਨਵਰਾਂ ਦਾ ਉਹ ਗਰੋ ਕਰਦੇ ਨੇ। 30% ਫਰੂਟਸ, ਬੈਰੀਜ਼ ਜਾਂ ਨਟਸ ਗਰੋ ਕਰਦੇ ਨੇ ਤੇ ਤਕਰੀਬਨ 18% ਫਾਰਮਾਂ ਦੇ ਵਿੱਚ ਮੱਕੀ ਨੂੰ ਗਰੋ ਕੀਤਾ ਜਾਂਦਾ। 2500 ਹੈਕਟੇਅਰ ਭਾਵ 6410 ਏਕੜ ਦੇ ਬਰਾਬਰ ਬਲੂਬੈਰੀ ਗਰੋ ਕੀਤੀ ਜਾਂਦੀ ਹੈ। 1312 ਹੈਕਟੇਅਰ ਭਾਵ 3242 ਏਕੜ ਦੇ ਕਰੀਬ ਰਸਬੇਰੀ ਗਰੋ ਕੀਤੀ ਜਾਂਦੀ ਹੈ। ਜੇ ਅਸੀਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਤਕਰੀਬਨ 40% ਫਾਰਮਰਸ ਨੇ ਜਿਹੜੇ, ਜਾਂ 40% ਲੋਕ ਨੇ ਮੈਨੂੰ ਕਹਿਣਾ ਚਾਹੀਦਾ ਇਸ ਏਰੀਆ ਦੇ ਵਿੱਚ, ਉਹ ਪੰਜਾਬੀ ਨੇ। ਤੇ ਵਿਜ਼ੀਬਲ ਮਾਈਨੋਰਟੀਆਂ ਜਿੰਨੀਆਂ ਨੇ ਉਹਨਾਂ ਦੇ ਵਿੱਚੋਂ 96% ਪੰਜਾਬੀ ਨੇ। ਸੋ ਪੰਜਾਬੀਆਂ ਦੇ ਲਈ ਫਾਰਮਿੰਗ ਜਿਹੜਾ ਕਿ ਸਾਡਾ ਕਿੱਤਾ, ਬੇਸਿਕ ਕਿੱਤਾ, ਉਹ ਇੱਥੇ ਵੀ ਬਰਕਰਾਰ ਹੈ ਤੇ ਫਾਰਮਰਾਂ ਦੀ ਅਕੋਂਪਲਿਸ਼ਮੈਂਟਸ ਇੱਕ ਅੰਨਦਾਤਾ ਦੇ ਤੌਰ ਤੇ ਇਸ ਏਰੀਆ ਦੇ ਵਿੱਚ ਕਾਫੀ ਮਹੱਤਤਾ ਰੱਖਦੇ ਆ। ਪਰ ਹੁਣ ਇਸ ਕਰੋਪੀ ਕਰਕੇ ਇਹੀ ਫਾਰਮਰਸ ਨੇ ਜਿਨ੍ਹਾਂ ਦੇ ਉੱਤੇ ਇਸ ਕਰੋਪੀ ਦਾ ਵੱਡਾ ਅਸਰ ਹੈ। ਤੇ ਕੀ ਉਹਨਾਂ ਦੀ ਕੋਈ ਗੱਲ ਸੁਣ ਰਿਹਾ? ਕੀ ਉਹਦੇ ਲਈ ਕੋਈ ਐਕਸ਼ਨ ਪਲਾਨ ਸਾਹਮਣੇ ਆਈ ਹੈ? ਕਿ ਐਗਰੀਕਲਚਰ ਮਿਨਿਸਟਰ, ਚਾਹੇ ਉਹ ਫੈਡਰਲ ਐਗਰੀਕਲਚਰ ਮਿਨਿਸਟਰ ਹੈ ਮੇਰੀ ਕਲੌਡ ਬੀਬੋ,
ਜਾਂ ਪ੍ਰੋਵਿੰਸ਼ੀਅਲ ਐਗਰੀਕਲਚਰ ਮਿਨਿਸਟਰ ਲਾਨਾ ਪੋਫਮ, ਜਾਂ ਈਵਨ ਪਾਰਲੀਮੈਂਟਰੀ ਸੈਕਟਰੀ ਫਿਨ ਡੌਨਲੀ, ਜਾਂ ਡਿਪਟੀ ਐਗਰੀਕਲਚਰ ਮਿਨਿਸਟਰ ਕੋਈ ਥੋਮਸ, ਜਾਂ ਹੋਰ ਜਿਹੜੇ ਵੀ ਮੁੱਖ ਅਧਿਕਾਰੀ ਨੇ, ਕਿ ਉਹਨਾਂ ਨੇ ਕੋਈ ਫਾਰਮਾਂ ਦੇ ਨਾਲ ਗੱਲਬਾਤ ਕੀਤੀ ਹੈ, ਕੋਈ ਜਾਇਜ਼ਾ ਲਿਆ, ਜਾਂ ਕੋਈ ਰੀਅਸ਼ੋਰੈਂਸ ਦਿੱਤੀ ਹੈ ਇਹਨਾਂ ਦੇ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਤੇ ਜਾਂ ਇਹਨਾਂ ਦੇ ਪੱਖ ਦੀ ਗੱਲ ਕਰਨ ਦੇ ਲਈ। ਆਓ ਆਪਾਂ ਫਾਰਮਰਸ ਤੋਂ ਸੁਣੀਏ। ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਨ ਜਾ ਰਿਹਾ, ਮੇਰੇ ਖੱਬੇ ਹੱਥ ਸਰਦਾਰ ਜਸਵੰਤ ਸਿੰਘ ਢਿੱਲੋਂ, ਉਸ ਤੋਂ ਅੱਗੇ ਸੁਖਜੀਵਨ ਸਿੰਘ ਮਾਂਗਟ, ਉਸ ਤੋਂ ਅੱਗੇ ਦਵਿੰਦਰ ਸਿੰਘ ਦਿਓਲ, ਜਗਤਾਰਨ ਧਾਲੀਵਾਲ, ਤੇ ਅਖੀਰ ਦੇ ਵਿੱਚ ਕਰਮਜੀਤ ਖੇਲਾ। ਤੁਹਾਨੂੰ ਸਾਰਿਆਂ ਨੂੰ ਪ੍ਰਾਈਮ ਏਸ਼ੀਆ ਦੇ ਇਸ ਸ਼ੋਅ ਦੇ ਵਿੱਚ ਜੀ ਆਇਆਂ। ਆਓ ਆਪਾਂ ਗੱਲਬਾਤ ਕਰੀਏ। ਮੈਂ ਢਿੱਲੋਂ ਸਾਹਿਬ ਤੋਂ ਸ਼ੁਰੂ ਕਰਦਾ। ਤੁਸੀਂ ਕੀ ਬਿਲੀਵ ਕਰਦੇ ਹੋ ਕਿ ਇਸ ਪਹਿਲਾਂ ਗਰਮੀਆਂ ਪਈਆਂ, ਉਹਦੇ ਨਾਲ ਫਸਲਾਂ ਸੁੱਕੀਆਂ, ਫਿਰ ਮੀਂਹ ਪਏ, ਉਹਨਾਂ ਦੇ ਨਾਲ ਗੋਡੇ ਗੋਡੇ ਤੋਂ ਛੱਡ ਕੇ 10-10 ਫੁੱਟ ਦਾ ਪਾਣੀ ਚੜ੍ਹਿਆ ਹੋਇਆ ਅਤੇ ਤੁਹਾਡੀਆਂ ਫਸਲਾਂ ਤੁਹਾਡੇ ਘਰ ਵਿੱਚ ਡੁੱਬੇ ਹੋਏ ਨੇ। ਤੁਹਾਡੀ ਕੀ ਫੀਲਿੰਗ ਹੈ? ਤੁਸੀਂ ਕੀ ਸੋਚਦੇ ਹੋ? ਫੀਲਿੰਗ ਇਹਦੇ ਵਿੱਚ ਜੀ, ਜਦੋਂ ਤੁਹਾਡਾ ਸਾਰਾ ਕੁਛ ਉਜੜਦਾ, ਬੰਦਾ ਖੜਾ ਦੇਖਦਾ ਵੀ ਮੈਂ ਹੁਣ ਕਰਾਂ ਕੀ ਇਹਦੇ ਵਾਸਤੇ। ਜਦੋਂ ਇਹ ਚੀਜ਼ ਤੁਹਾਡੇ ਦਿਮਾਗ 'ਚ ਆਉਂਦੀ ਆ, ਤੁਸੀਂ ਫਿਰ ਹੈਲਪ ਲੱਭਦੇ ਆ ਕਿਸੇ ਦੀ। ਪਹਿਲਾਂ TV 'ਤੇ ਦੇਖਦੇ ਸੀ ਕਿਸੇ ਹੋਰ ਕੰਟਰੀ 'ਚ ਫਲੱਡ ਆਇਆ ਜਾਂ ਕੀ ਉਹਨਾਂ ਦੇ ਬੀਤਦੀ ਆ। ਸਾਡੇ ਅੱਜ ਸੋਮਵਾਰ ਤੋਂ ਅਸੀਂ ਘਰੋਂ ਬੇਘਰ ਹੋਏ ਵੇ ਹਾਂ, ਅਤੇ ਕਿਸੇ ਬੰਦੇ ਨੇ ਨਹੀਂ ਸਾਨੂੰ ਆ ਕੇ ਪੁੱਛਿਆ ਵੀ ਉੱਥੇ ਕਿਸੇ ਨੇ ਸਰਚ ਨਹੀਂ ਕੀਤਾ ਕਿਹੜਾ ਬੰਦਾ ਕਿੱਥੇ ਰਹਿੰਦਾ, ਵੀ ਉਹ ਘਰ 'ਚ ਹੈਗਾ ਨਹੀਂ ਹੈਗਾ, ਅਤੇ ਵੀ ਅਸੀਂ ਆਪ ਜਾ ਕੇ ਉੱਥੇ ਦੇਖਦੇ ਹਾਂ ਸਾਡੇ ਘਰਾਂ ਦੇ ਹਾਲਾਤ ਕੀ ਹੈਗੇ। ਜਿਹੜੇ ਹਾਲਾਤ ਨੇ, ਜਿਵੇਂ ਤੁਹਾਨੂੰ ਇਹ ਕੁਐਸਚਨ ਪੁੱਛਾਂ ਕਿ ਤੁਸੀਂ ਹਾਲਾਤ ਨੂੰ ਅੱਖੀਂ ਡਿੱਠਾ ਬਿਆਨ ਕਿੱਦਾਂ ਕਰਦੇ ਆ, ਕਿਉਂਕਿ ਸਾਡਾ ਕੈਮਰਾ ਕਰੂ ਵੀ ਗਿਆ, ਅਸੀਂ ਵੀ ਫੁਟਿੰਗ ਦਿਖਾਵਾਂਗੇ, ਅਤੇ ਪਰ ਜਿਹੜਾ ਉੱਥੇ ਇੰਨਾ ਪਾਣੀ ਖੜਾ, ਫਸਲਾਂ ਡੁੱਬੀਆਂ ਪਈਆਂ ਨੇ, ਇੱਧਰੋਂ ਉੱਧਰੋਂ ਗਾਰਬੇਜ ਇਕੱਠਾ ਹੋ ਕੇ ਤੁਹਾਡੇ ਘਰਾਂ ਦੇ ਵਿੱਚ। ਫਿਰ ਤੁਸੀਂ ਦੱਸਿਆ ਕਿ 3-4 ਕਾਰਾਂ ਇਕੱਠੀਆਂ ਹੋਈਆਂ ਉੱਥੇ ਪਈ, ਡਿੱਗੀਆਂ ਪਈਆਂ ਨੇ। ਕੋਈ ਬੋਟ ਆ ਬਹੁਤ ਵੱਡੀ, ਮੇਰੇ ਫਾਰਮ ਦੇ ਮਿਡਲ 'ਚ ਖੜੀ ਹੈ। ਅੱਛਾ ਜੀ। ਅਤੇ ਮੇਰੇ ਉੱਥੇ ਬੋਟ ਦੀ ਡੈਪਥ ਨਾਲ ਅਸੀਂ ਦੇਖਿਆ ਸੀਗਾ 8.5 ਫੁੱਟ ਪਾਣੀ ਮੇਰੇ ਫਾਰਮ ਦੇ ਵਿੱਚ ਹੈਗਾ। ਅਤੇ ਬਹੁਤ ਚੀਜ਼ਾਂ ਮੇਰੀਆਂ ਸ਼ਾਇਦ ਕਿਤੇ ਹੋਰ ਚਲੀਆਂ ਗਈਆਂ, ਹੁਣ ਕਿਸੇ ਦੀਆਂ ਮੇਰੇ ਫਾਰਮ ਦੇ ਵਿੱਚ ਬਹੁਤ ਚੀਜ਼ਾਂ ਆਈਆਂ। ਤੁਸੀਂ ਕੀ ਬੀਜਿਆ ਹੋਇਆ ਉੱਥੇ ਫਾਰਮ 'ਤੇ? ਮੇਰੇ ਬਲੂਬੇਰੀ ਹੈ ਜੀ। ਕਿੰਨੇ ਕੁ ਏਕੜ? ਮੇਰੇ 20 ਏਕੜ ਹੈ ਜੀ। ਓਕੇ, ਸਾਰੀ ਪਾਣੀ ਥੱਲੇ? ਸਾਰੀ ਪਾਣੀ ਥੱਲੇ ਹੈ ਜੀ। ਮੈਂ ਜਦੋਂ ਬੋਟ ਦੇ ਵਿੱਚ ਆ ਰਿਹਾ ਸੀਗਾ, ਬੋਟ ਉੱਪਰ ਸੀ, ਮੈਂ ਹੱਥ ਵੀ ਐਂ ਚੈੱਕ ਕਰਕੇ ਦੇਖਦਾ ਸੀਗਾ ਵੀ ਮੇਰੀ ਬੇਰੀ ਕਿੰਨੀ ਕੁ ਡੂੰਘੀ ਹੈ, ਅਤੇ ਮੇਰੇ ਇੰਨਾ ਹੱਥ ਚਲਿਆ ਗਿਆ ਸੀ, ਪਰ ਉਹ ਟੱਚ ਨਹੀਂ ਕਰ ਸਕਿਆ। ਅਤੇ ਜਦੋਂ ਤੁਸੀਂ ਹਿੰਮਤ ਕਰਕੇ ਆਪਣੇ ਘਰੇ ਗਏ, ਘਰ ਦੀਆਂ ਚੀਜ਼ਾਂ, ਫੋਟੋਆਂ ਵਗੈਰਾ ਉਹ ਵੀ ਖਿੰਡੀਆਂ ਹੋਈਆਂ ਸੀ? ਹਾਂਜੀ, ਮੈਂ ਬਹੁਤ ਇਮੋਸ਼ਨਲ ਹੋ ਗਿਆ ਸੀ। ਇਕੱਲਾ ਸੀਗਾ, ਮੇਰੀ ਫੈਮਿਲੀ ਤਾਂ ਹੈ ਨਹੀਂ ਸੀ। ਮੇਰੀ ਡਾਟਰ ਦੀ ਪਿਕਚਰ ਪਾਣੀ 'ਚ ਤਰ ਰਹੀ ਸੀ, ਮੈਨੂੰ ਫੀਲ ਹੋ ਰਿਹਾ ਸੀ ਮੇਰੀ ਡਾਟਰ ਆ ਇਹ। ਮੈਂ ਬਹੁਤ ਜ਼ਿਆਦਾ, ਹੁਣੇ ਮੇਰਾ ਘਰ ਬਣਾਇਆ ਸੀ। ਹਰੇਕ ਬੰਦਾ ਆਪਾਂ ਨੂੰ ਮੇਨ ਚੀਜ਼ ਆਪਣਾ ਘਰ ਹੁੰਦਾ। ਹਾਂਜੀ। ਮਿਹਨਤ ਨਾਲ ਜਿਉਂ ਇੰਡੀਆ ਤੋਂ ਆਏ 30 ਸਾਲ ਹੋ ਗਏ, ਓਕੇ। ਹੁਣ ਜਾ ਕੇ ਕਿਤੇ ਆਪਦੇ ਆਪ ਨੂੰ ਫੀਲ ਕਰਦੇ। ਕਿੰਨੇ ਸਾਲ ਤੋਂ ਤੁਸੀਂ ਖੇਤੀ ਕਰਦੇ ਹੋ ਉੱਥੇ? ਮੈਂ ਤਾਂ ਜੀ 2016 'ਚ ਹੀ ਫਾਰਮ ਲਿਆ ਸੀ, 5 ਸਾਲ ਹੋ ਗਏ ਸੀ। ਮੇਰਾ ਫਾਰਮ ਬਹੁਤ ਮਾੜਾ ਸੀਗਾ, ਹੁਣ ਮਿਹਨਤ ਕਰਕੇ ਉਹਨੂੰ ਸਟੇਬਲ ਕੀਤਾ ਸੀਗਾ ਵੀ ਠੀਕ ਹੈ ਜੀ, ਵੀ ਹੁਣ ਫਾਰਮ ਸ਼ੁਰੂ ਹੋ ਗਈ ਆ, ਅਤੇ ਬਹੁਤ ਐਕਸਾਈਟਮੈਂਟ ਸੀਗੀ ਵੀ ਨੈਕਸਟ ਈਅਰ ਮੋਰ ਹੋਊਗੀ। ਕਾਫੀ ਦਰਦਨਾਕ ਸਿਚੁਏਸ਼ਨ ਆ। ਮਾਂਗਟ ਸਾਹਿਬ, ਤੁਹਾਡਾ ਫਾਰਮ ਜਿਹੜਾ ਤੁਸੀਂ ਵੀ ਬਲੂਬੈਰੀ ਗਰੋ ਕਰਦੇ ਆ, ਤੁਹਾਡੇ ਫਾਰਮ ਦੀ ਕੀ ਸਥਿਤੀ ਹੈ? ਸਥਿਤੀ ਹੈ ਜੀ, ਦੋਨੇ 2 ਫਾਰਮ ਆ ਸਾਡੇ ਕੋਲ, ਇੱਕ ਡਿਕਸ਼ਨ ਅਤੇ ਇੱਕ ਮੈਰੀਨ, ਅਤੇ ਦੋਨੇ ਪਾਣੀ 'ਚ ਡੁੱਬੇ ਹੋਏ। ਹਜੇ ਮੇਰੀ ਕੰਪਲੀਟਲੀ ਕਵਰ ਹੋਈ ਹੈ ਪਾਣੀ ਨਾਲ। ਕਿੰਨਾ ਕਿੰਨਾ ਪਾਣੀ ਸੀ ਮੇਰੇ ਫਾਰਮ ਦੇ ਇੱਕ ਦੇ ਵਿੱਚ ਹੋਣਾ ਜੀ ਆਲਮੋਸਟ 8 ਫੁੱਟ, ਅਤੇ ਇੱਕ ਜਿਹੜਾ ਮੈਰੀਨ ਰੋਡ 'ਤੇ ਥੋੜ੍ਹਾ ਜਿਹਾ ਉੱਚਾ, ਉੱਥੇ ਵੀ 7 ਫੁੱਟ ਪਾਣੀ ਹੈਗਾ ਜੀ। ਕਿੰਨੇ ਏਕੜ 'ਚ ਤੁਸੀਂ ਫਾਰਮਿੰਗ ਕਰਦੇ ਆ? 40 ਏਕੜ ਜਗ੍ਹਾ 'ਤੇ। ਓਕੇ, ਸਾਰੀ ਬਲੂਬੈਰੀ ਹੈ? ਹਾਂਜੀ। ਤੁਹਾਡੀ ਕੀ ਫੀਲਿੰਗ ਆਈ ਜਦੋਂ ਤੁਸੀਂ ਉੱਥੇ ਘਰ ਦੇ ਵਿੱਚ, ਪਹਿਲਾਂ ਤਾਂ ਘਰੋਂ ਬਾਹਰ ਜਾਣਾ ਪਿਆ? ਘਰੋਂ ਬਾਹਰ ਜਾਣਾ ਪਿਆ ਜੀ। ਸਾਨੂੰ ਸਵੇਰੇ ਪੁਲਿਸ ਵਾਲਾ ਵਾਰਨਿੰਗ ਇਕੱਲੀ ਦੇ ਕੇ ਗਿਆ ਸੀਗਾ 5:30 ਵਜੇ। ਉਹਨੇ ਕੁਐਸਚਨ ਨਹੀਂ ਸੀ ਦੱਸਿਆ ਵੀ ਕਿੰਨਾ ਕੁ ਪਾਣੀ ਆਉਣਾ, ਕੀ ਕਰਨਾ, ਕਿਉਂਕਿ ਅਸੀਂ ਥੋੜ੍ਹੀ ਜਿਹੀ ਹਾਈਟ 'ਤੇ ਆ ਭਾਜੀ ਉਹਨਾਂ ਨਾਲੋਂ। ਮੈਂ ਸੋਚਿਆ ਸੀਗਾ ਵੀ ਚਲੋ ਵਾਰਨਿੰਗ ਹੀ ਦੇ ਕੇ ਗਿਆ। ਮੈਂ ਘਰੇ ਵਾਈਫ ਨਾਲ ਗੱਲ ਕਰਦਾ ਸੀ ਵੀ ਕੋਈ ਬਿਗ ਡੀਲ ਨਹੀਂ ਹੋਣੀ, ਆਪਣਾ ਏਰੀਆ ਥੋੜ੍ਹਾ ਉੱਚਾ ਵਾ, ਵੀ ਇੱਥੇ ਨਹੀਂ ਆ ਸਕਦਾ ਪਾਣੀ, ਜੇ ਆਇਆ ਆਪਾਂ ਫਿਰ ਚਲੇ ਜਾਵਾਂਗੇ। ਪਰ ਇੱਕਦਮ ਹੀ 4:30 ਤੋਂ 5 ਦੇ ਵਿੱਚ ਜੀ, ਜਦੋਂ ਬੰਨ੍ਹ ਟੁੱਟਿਆ ਇਹ ਸੋਹਾਂ ਸਾਲਾ ਜੀ, ਇੱਧਰੋਂ ਜਿਹੜਾ ਨੰਬਰ 3 ਤੇ ਗਾਹਾਂ ਕਨਾਲ ਆ, ਉਹ ਤੋਂ ਬਾਅਦ ਜਦੋਂ ਟੁੱਟ ਗਿਆ, ਇਹਨਾਂ ਨੇ ਉਹਦੀ ਕੇਅਰ ਖੋਰ ਨਹੀਂ ਕੀਤੀ ਉਹਦੀ ਪ੍ਰੋਪਰ, ਉਹਦੀ ਉਹ ਸਾਰਾ ਹੀ ਟੁੱਟ ਕੇ ਜੀ ਇੱਕਦਮ ਪਾਣੀ। ਫਿਰ 4:30 ਵਜੇ ਜਦੋਂ ਤੋਂ ਨਿਕਲਿਆ ਪਾਣੀ, ਉਹ ਜਿਵੇਂ ਪੂਰਾ ਫਲੱਡ ਆ ਗਿਆ ਸਾਰਾ ਇੱਕਦਮ। ਓਕੇ। ਉਹ ਕੰਟਰੋਲ 'ਚ ਨਹੀਂ ਆਇਆ ਜੀ। ਪਾਣੀ ਅਜੇ ਖੜਾ? ਪਾਣੀ ਘਰ 'ਚ 3.5 ਫੁੱਟ ਆ ਜੀ ਹੁਣ ਅਜੇ ਵੀ? ਹਾਂਜੀ। ਅਤੇ ਬਿਜਲੀ ਆਨ? ਬਿਜਲੀ ਆਨ ਆ ਜੀ। ਮੇਰੇ ਇੱਕ ਮੈਂ ਗਿਆ, ਮੈਨੂੰ ਕਿਸੇ ਨੇ ਨਹੀਂ ਹੈਲਪ ਕੀਤੀ ਉੱਥੇ ਲਿਜਾਣ ਨੂੰ, ਕੋਈ ਬੋਟ ਜਾਂ ਹੋਰ, ਉੱਥੇ ਕੋਈ ਸਿਟੀ ਦੀ ਬੋਟ ਹੈ ਤਾਂ ਹੈ ਨਹੀਂ ਜੀ। ਮੇਰੇ ਕੁੱਤੇ ਵੀ ਉੱਥੇ 3 ਦਿਨ ਰਹੇ ਆ ਜੀ। ਓਕੇ। ਉਹ ਵੀ ਬੜੀ ਮੁਸ਼ਕਿਲ ਨਾਲ ਕੱਢ ਕੇ ਲੈ ਕੇ ਆਉਂਦੇ ਆ, ਉਹ ਵੀ ਆਪਣੇ ਆਪ, ਮੈਂ ਆਪ ਹੀ ਕੱਢੇ ਆ ਜੀ ਉਹ।
ਕੋਈ ਸਰਕਾਰੀ ਮਦਦ ਪਹੁੰਚੀ? ਕੁਛ ਨਹੀਂ, ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਕਿਸੇ ਨੇ। ਇਹ ਨਹੀਂ ਆ ਵੀ ਸਾਡੇ ਕੁੱਤੇ ਕੱਢ ਲਈ, ਉੱਥੇ ਡੌਗੀ ਸਾਡੇ ਉੱਥੇ ਸਟਕ ਹੋਏ ਆ, 2 ਬਿੱਲੀਆਂ ਸੀਗੀਆਂ। ਉਹ ਫਿਰ ਕੋਈ ਕਮਿਊਨਿਟੀ ਸਰਵਿਸ ਵਾਲੇ ਸੀਗੇ ਮੁੰਡੇ ਬੋਟ ਵਾਲੇ, ਓਕੇ, ਉਹਨਾਂ ਨੂੰ- ਵਲੰਟੀਅਰਸ। ਹਾਂਜੀ ਵਲੰਟੀਅਰ ਸੀਗੇ, ਸੌਰੀ ਕਮਿਊਨਿਟੀ ਸਰਵਿਸ ਵਾਲੇ ਨਹੀਂ, ਉਹਨਾਂ ਨੇ ਹੈਲਪ ਕੀਤੀ ਸਾਡੀ। ਸਾਨੂੰ ਫਿਰ ਦੂਜੇ ਦਿਨ ਫੋਨ ਕੀਤਾ, ਤੁਹਾਡੇ ਅਸੀਂ ਡੌਗੀ ਲੈ ਆਏ ਆ। ਔਰ ਸਾਡੀ ਇੱਕ ਬਿੱਲੀ ਫਿਰ ਉੱਥੇ ਰਹਿ ਗਈ, ਉਹ ਲੁਕੀ ਹੋਣੀ ਹੈ ਕਿਸੇ, ਤੁਹਾਨੂੰ ਪਤਾ ਬਿੱਲੀਆਂ ਹਰੇ ਕੋਲ ਨਹੀਂ ਆਉਂਦੇ ਜੀ। ਹਾਂਜੀ। ਤੇ ਉਹ ਅੱਜ ਫਿਰ ਮੈਂ ਗਿਆ ਜੀ ਪਾਣੀ ਦੇ ਵਿੱਚ ਹੀ 8-8 ਫੁੱਟ 7 ਫੁੱਟ ਪਾਣੀ ਦੇ ਵਿੱਚ ਅਜੇ ਪਾਣੀ ਹੁੰਦਾ ਹੀ ਤੁਰ ਕੇ, ਕੋਈ ਅੱਜ ਵੀ ਨਹੀਂ ਹੈਲਪ ਕੀਤੀ। ਮੈਂ ਹੁਣ Right. ਉੱਥੋਂ ਆ ਕੇ ਸਿੱਧਾ ਇੱਥੇ ਆਇਆ ਜੀ, ਉਹਦਾ ਫੂਡ ਉੱਥੇ ਰੱਖ ਕੇ ਆਇਆ ਵੀ ਉਹ ਨਾ ਭੁੱਖੀ ਮਰ ਜੇ। ਬੜਾ ਅਫਸੋਸ ਹੈ। ਦਿਓਲ ਸਾਹਿਬ, ਤੁਹਾਡਾ ਫਾਰਮ ਕਿੰਨਾ ਕੁ ਹੈ, ਕੀ ਬੀਜਦੇ ਹੋ, ਕਿੰਨਾ ਚਿਰ ਤੋਂ? ਮੈਂ ਜੀ 2005 ਤੋਂ ਖੇਤੀ ਕਰਦਾ ਤੇ ਸਾਰੇ ਚ ਬਲੂਬੇਰੀ ਆ, 4 ਵੈਰਾਈਟੀਆਂ ਮੇਰੇ ਕੋਲੇ ਓਕੇ, ਤੇ 156 ਏਕੜ ਬਲੂਬੇਰੀ ਲੱਗੀ ਹੋਈ ਹੈ। 156 ਏਕੜ। ਹਾਂਜੀ। ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਹਣੀ ਪ੍ਰੋਡਕਸ਼ਨ ਹੋ ਗਈ ਸੀ। ਬਹੁਤ ਦੱਬ ਕੇ ਮਿਹਨਤ ਕਰੀ ਆ ਤੇ ਰਾਹ ਪਾਣੇ ਦਾ ਤਾਂ ਪਤਾ ਹੀ ਨਹੀਂ ਸੀ ਵੀ ਇਦਾਂ ਵੀ ਹੋ ਜਾਊਗਾ। ਕੱਲ ਗਿਆ ਸੀ ਜੀ, ਮੈਕਸੀਕਨ ਬੰਦੇ ਆ ਮੇਰੇ ਰੱਖੇ ਹੋਏ, ਮੇਰੇ ਗਲ ਲੱਗ ਕੇ ਵਸਰ ਹੋਈ ਬਹੁਤ ਜ਼ਿਆਦਾ। ਤੇ 16 ਤਰੀਕ ਦੀ ਹੈਗੀ ਆ ਗੱਲ ਜੀ, ਇਹ ਘਟਨਾ। ਮੈਕਸੀਕੇ ਦਾ ਮੈਨੂੰ ਫੋਨ ਆਇਆ, ਮੈਂ ਪੇ ਰੋਲ ਕਰਦਾ ਸੀਗਾ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਫੀਲਡ ਦੇ ਵਿੱਚ। ਤੇ ਮੈਂ ਕਿਹਾ ਮੈਂ ਆਉਣਾ, ਜਿੱਧਰ ਨੂੰ ਮੈਂ ਜਾਇਆ ਕਰਾਂ ਉਸੇ ਰੋਡ, ਉਹੀ ਰੋਡ ਬੰਦ ਹੋਇਆ ਕਰੇ, ਪੁਲਿਸ ਵਾਲਾ ਕਰੇ ਤੂੰ ਜਾ ਨਹੀਂ ਸਕਦਾ। ਫਿਰ ਮੈਂ ਮੈਕਸੀਕਨ ਨੂੰ ਫੋਨ ਕਰਿਆ, ਮੈਂ ਕਿਹਾ ਤੂੰ ਇੱਥੋਂ ਨਿਕਲ ਜਾ, ਜੈਰੋ ਚਲਾ ਜਾ ਬੰਦਿਆਂ ਨੂੰ ਲੈ ਕੇ, ਉਹ ਡਰਾਈਵ ਕਰ ਲੈਂਦਾ, ਵੈਨ ਚਲਾ ਲੈਂਦਾ। ਤੇ ਕੱਲ ਜੀ ਅਸੀਂ ਦੇਖਣ ਗਏ ਸੀਗੇ ਬੋਟ ਰਾਹੀਂ, 11-11.5 ਫੁੱਟ ਪਾਣੀ ਆ ਫੀਲਡ ਦੇ ਵਿੱਚ ਤੇ ਕੁਛ ਨਹੀਂ ਦਿੰਦਾ ਜੀ। ਬਸ ਇੱਕ ਮਨ ਹੀ ਖਰਾਬ ਹੋਇਆ ਜੀ, ਹੋਰ ਕੁਛ ਨਹੀਂ ਕਹਿ ਸਕਦੇ ਵੀ ਆਪਾਂ, ਭਾਵਨਾ ਕੀ ਦੱਸੀਏ। ਜੋ ਜਿੰਨੀ ਹੱਕ ਦੀ ਕਮਾਈ ਉੱਥੇ ਲਾਈ ਆ ਜਿੱਦਣ ਦਾ ਆਏ ਆ, ਰਾਈਟ, ਕਿਉਂਕਿ ਫੀਲਡ ਦੀ ਸਿਚੁਏਸ਼ਨ ਪਹਿਲਾਂ ਬਹੁਤ ਜ਼ਿਆਦਾ ਮਾੜੀ ਸੀਗੀ। ਬਹੁਤ ਜ਼ਿਆਦਾ ਮਿਹਨਤ ਕਰਕੇ ਜਿਹੜੇ ਮੈਨੂੰ ਲੋਕ ਜਾਣਦੇ ਆ, ਰੀਪਲਾਂਟਿੰਗ ਕੀਤੀ, ਫੀਲਡ ਬਣਾਇਆ, ਬਹੁਤ ਸੋਹਣਾ ਫੀਲਡ ਬਣ ਗਿਆ ਸੀ। ਤੁਸੀਂ ਸਾਰੀ ਬੇਰੀ ਆਪ ਲਾਈ? ਤਕਰੀਬਨ ਜੀ ਕਹਿ ਲਓ ਵੀ 75% ਬੇਰੀ ਮੈਨੂੰ ਰੀਪਲਾਂਟਿੰਗ ਕਰਕੇ ਲਾਉਣੀ ਪਈ ਸੀ, ਕਿਉਂਕਿ ਪਹਿਲਾਂ ਵੈਰਾਈਟੀ ਨਹੀਂ ਸੀ ਸਹੀ ਤੇ ਪਲਾਂਟ ਮਾੜੇ ਸੀ। ਤੇ ਹੁਣ ਬਹੁਤ ਵਧੀਆ ਪਲਾਂਟ ਵੀ ਹੋ ਗਏ ਸੀਗੇ ਤੇ ਹੁਣ ਕੁਦਰਤ ਦੀ ਮਾਰ ਪੈ ਗਈ ਜੀ। ਰਫਲੀ ਤਕਰੀਬਨ ਕਿੰਨੀ ਕੁ ਇਨਵੈਸਟਮੈਂਟ ਹੋਈ ਤੁਹਾਡੀ ਜਦੋਂ ਫਾਰਮ ਤੇ ਰੀਪਲਾਂਟਿੰਗ ਕੀਤੀ? ਰੀਪਲਾਂਟਿੰਗ ਕੀਤੀ ਜੀ ਘੱਟੋ ਘੱਟ ਸਾਡਾ ਲੱਗ ਗਿਆ ਹੋਣਾ $2 ਤੋਂ $3 ਮਿਲੀਅਨ ਤੇ ਪਲੱਸ ਜਿਹੜੀ ਅਸੀਂ ਪ੍ਰੋਡਕਸ਼ਨ ਲੂਜ਼ ਕਰੀ ਇੰਨੇ ਸਾਲ, ਤੇ ਪਲੱਸ ਹੁਣ ਅੱਜ ਤਾਂ ਜੇ ਸੋਚੀਏ ਉਹ ਜਿਹਾ ਪਲਾਂਟ $10 ਨੂੰ ਵੀ ਨਹੀਂ ਮਿਲਣਾ ਜੀ, $5 ਨੂੰ ਤਾਂ ਆਮ ਪਲਾਂਟ ਹੋਇਆ ਪਿਆ। ਜੇ ਸਾਨੂੰ ਬੇਰੀ ਹੁਣ ਲਾਉਣੀ ਪੈ ਗਈ, ਸਭ ਤੋਂ ਬੇਰੀ ਤਾਂ ਲੱਗਣੀ ਨਹੀਂ। ਕੋਈ ਬੈਂਕ ਤੋਂ ਵੀ ਕਰਜ਼ਾ ਲਿਆ ਸੀ? ਹਾਂਜੀ, ਬੈਂਕਾਂ ਤੋਂ ਕਰਜ਼ਾ ਲਿਆ। ਹੁਣ ਕਿਸ਼ਤਾਂ ਵੀ ਮੋੜਨੀਆਂ ਨੇ? ਕਿਸ਼ਤਾਂ ਮੋੜਦੀਆਂ ਜੀ। ਬੈਂਕ ਦਾ ਤਾਂ ਫੋਨ ਆ ਗਿਆ ਆਲਰੇਡੀ, ਬਈ ਪਹਿਲਾਂ ਉਹਨਾਂ ਨੇ ਹੈਲਥ ਬਾਰੇ ਪੁੱਛਿਆ 5 ਮਿੰਟ, ਤੇ ਜਿਹੜਾ ਮੇਨ ਮੁੱਦੇ ਤੇ ਉਹਨਾਂ ਨੇ ਤਾਂ ਗੱਲ ਕਰ ਲਈ ਬਈ ਹਾਂਜੀ ਵੀ ਕਿੱਦਾਂ, ਹੁਣ ਕੀ ਲੱਗਦਾ ਤੈਨੂੰ। ਪਰ ਇੱਕ ਕਿਸਮ ਦੇ ਕਹਿ ਲਓ ਵੀ ਜੀ ਹਰੇ ਹੋ ਕੇ ਉੱਜੜ ਗਏ। ਤੁਸੀਂ ਹੁਣ ਕਿੱਥੇ ਰਹਿ ਰਹੇ ਹੋ? ਮੈਂ ਜੀ ਐਪਸਪੋਰਟ ਦੇ ਵਿੱਚ ਰਹਿਣਾ। ਮਤਲਬ ਆਪਦੇ ਫਾਰਮ ਤੋਂ, ਆਪਦੇ ਘਰੋਂ ਬਾਹਰ? ਹਾਂਜੀ। ਓਕੇ। ਕਿਸੇ ਨੇ ਕੋਈ ਯਕੀਨ ਦਿਵਾਇਆ ਕਿ ਕਿੰਨੇ ਦਿਨ ਲੱਗਣਗੇ ਪਾਣੀ ਨਿਕਲਣ ਨੂੰ? ਨਹੀਂ ਜੀ, ਕੋਈ ਯਕੀਨ ਨਹੀਂ ਦਿਵਾਇਆ ਤੇ ਨਾ ਹਜੇ ਲੱਗਦਾ ਹੀ ਆ, ਕੋਈ ਚਾਂਸ ਦੱਸਦਾ ਹੀ ਆ। ਜਿਹੜੇ ਹਿਸਾਬ ਨਾਲ ਲੇਕ ਬਣਿਆ ਪਿਆ ਜੀ, ਫੀਲਡ ਖਾਦਾ ਰਹਿ ਗਿਆ ਉਹ। ਓਕੇ। ਤੇ ਕੁਛ ਨਹੀਂ ਉਸ ਤੇ ਦਿਸ ਰਿਹਾ, ਤੇ ਸਮਾਨ ਖੜਾ ਸਾਰੇ ਘੱਟੋ ਘੱਟ $2 ਮਿਲੀਅਨ ਦੀ ਮਸ਼ੀਨਰੀ ਇਕਵਿਪਮੈਂਟ ਹੋਊਗੀ ਜਿਹੜੀ ਡੁੱਬੀ ਪਈ ਆ। ਤੇ ਮਸ਼ੀਨਾਂ ਵੀ ਡੁੱਬੀਆਂ ਪਈਆਂ, ਟਰੈਕਟਰ ਆ, ਸਾਰੇ ਟਰੈਕਟਰ ਡੁੱਬੇ ਪਏ ਆ, ਕੁਛ ਨਹੀਂ ਦੀਂਦਾ ਉੱਥੇ। ਤੁਸੀਂ ਆਪ ਹੀ ਦੇਖ ਲਓ ਵੀ ਬੋਟ ਦੇ ਰਾਹੀਂ ਜਾਣ ਨਾਲ ਕੀ ਦੇਸ਼ ਨੂੰ ਦਿਸ ਸਕਦਾ ਤੁਹਾਨੂੰ। ਹਾਂਜੀ, ਬੜੇ ਦਰਦਨਾਕ ਸਿਚੁਏਸ਼ਨ ਆ। ਧਾਲੀਵਾਲ ਸਾਹਿਬ, ਤੁਹਾਡਾ ਫਾਰਮ ਕਿੱਥੇ ਹੈ, ਕਿੰਨਾ ਕੁ ਏਰੀਆ, ਕਿੰਨਾ ਕੁ ਪਾਣੀ ਹੈ, ਤੁਹਾਡੀਆਂ ਕੀ ਫੀਲਿੰਗਸ ਨੇ? ਸਾਡਾ ਫਾਰਮ ਹੈਗਾ ਬਿਲਕੁਲ ਦੇਵ ਦੇ ਸਾਹਮਣੇ, ਐਂਟਰ ਪ੍ਰੋਵਿੰਸ਼ੀਅਲ ਦੇ ਉੱਤੇ ਨੰਬਰ 5 ਦੇ ਕਾਰਨਰ ਤੇ ਅਸੀਂ। ਤੇ ਅਸੀਂ ਹੁਣ 2018 ਚ ਨਵਾਂ ਘਰ ਪਾ ਕੇ ਮੂਵ ਹੋਏ ਸੀ ਉੱਥੇ। ਅੱਛਾ ਜੀ। ਤੇ ਸਾਡਾ ਉਦੋਂ ਸੀਗਾ ਵੀ ਅਸੀਂ ਚੱਲ 5-6 ਫੁੱਟ ਉੱਚਾ, ਫਾਰਮ ਤੋਂ ਤਾਂ 6 ਫੁੱਟ ਉੱਚਾ ਹੈਗਾ ਤੇ ਰੋਡ ਤੋਂ ਅਸੀਂ 3 ਫੁੱਟ ਉੱਚਾ ਪਾਇਆ ਸੀ ਵੀ ਸ਼ਾਇਦ ਪਾਣੀ ਦਾ ਵੀ ਕੋਈ ਨਾ ਆਵੇ। ਤੇ ਹੁਣ ਘਰ ਦੇ ਵਿੱਚ ਸਾਡੇ ਮੇਰਾ ਖਿਆਲ ਵੀ 4 ਫੁੱਟ ਪਾਣੀ ਹੋਊਗਾ ਘੱਟੋ ਘੱਟ ਮੇਨ ਫਲੋਰ ਤੇ। ਤੇ ਮਸ਼ੀਨਰੀ ਸਾਰੀ ਉਹ ਵੀ ਡੁੱਬੀ ਵੀ ਹੈ, ਮਸ਼ੀਨ ਦੇ ਡੈਕ ਦੇ ਬਰਾਬਰ ਜਾਣੀ ਦੀ ਮੇਰੇ ਹਿਸਾਬ ਨਾਲ 8 ਤੋਂ 10 ਫੁੱਟ ਪਾਣੀ ਫਾਰਮ 'ਚ ਹੈਗਾ ਜੀ। ਅਸੀਂ ਕੱਲ੍ਹ ਹੀ ਜਾ ਕੇ ਆਏ ਉੱਥੇ, ਬੋਟ ਰਾਹੀਂ ਗਏ ਸੀਗੇ ਤੇ ਪਿਕਚਰਾਂ ਪੂਚਰਾਂ ਲਾ ਕੇ। ਕਿੰਨੇ ਏਕੜ ਹੈ ਤੁਹਾਡੇ ਕੋਲ? ਮੇਰੇ ਕੋਲ 30 ਏਕੜ ਆ। ਬੀਜਿਆ ਕੀ ਹੈ? ਆਹ ਬਲੂਬੇਰੀ ਹੈ ਸਾਰੀ ਬਲੂਬੇਰੀ? ਹਾਂ, 3 ਵੈਰਾਈਟੀਆਂ ਮੇਰੇ ਕੋਲੇ। ਓਕੇ। ਤੇ ਬਲੂਬੇਰੀ ਦਾ ਹੀ ਸਾਰਾ। ਠੀਕ ਹੈ, ਵੈਰੀ ਸੈਡ। ਖੇਲਾ ਸਾਹਿਬ, ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਗਰੀਕਲਚਰ ਦੀ ਡਿਗਰੀ ਕੀਤੀ ਹੈ ਤੇ ਤੁਸੀਂ ਤਜਰਬਾ ਵੀ ਰੱਖਦੇ ਹੋ, ਕੰਸਲਟੈਂਟ ਵੀ ਹੋ। ਸੋ ਤੁਹਾਡੀ ਕੀ ਅਸੈਸਮੈਂਟ ਆ ਸਾਰੀ ਸਿਚੁਏਸ਼ਨ ਬਾਰੇ? ਇਹਦੀ ਗਰੇਵਾਲ ਸਾਹਿਬ ਇਹ ਆ ਵੀ ਜੇ ਤਾਂ ਪਾਣੀ ਕੁਝ ਦਿਨਾਂ ਦੇ ਵਿੱਚ ਉਤਰ ਜਾਂਦਾ ਹੈ ਹਾਂਜੀ,
ਮੇਬੀ 10 ਦਿਨ 15 ਦਿਨ ਦੇ ਵਿੱਚ, ਫਿਰ ਸ਼ਾਇਦ ਇੰਨਾ ਡੈਮੇਜ ਨਹੀਂ ਹੋਏਗਾ। ਪਰ ਜੇ ਬਹੁਤ ਲੰਬਾ ਟਾਈਮ, ਮਹੀਨਾ ਜਾਂ ਵੱਧ ਰਹਿੰਦਾ ਆ, ਫਿਰ ਜ਼ਿਆਦਾ ਉਹਦੇ ਹੋਣ ਦੇ ਚਾਂਸਸ ਆ। ਬਾਕੀ ਇਹ ਡਿਪੈਂਡ ਕਰਦਾ ਹੁੰਦਾ ਵੀ ਜ਼ਮੀਨ ਆ ਜਿਹੜੀ ਆ ਉਹ ਕਲੇ ਸੋਇਲ ਆ, ਲੋਮ ਸੋਇਲ ਆ, ਸੈਂਡ ਆ, ਅੱਡ ਅੱਡ ਆ। ਕਿਹਦੇ 'ਚ ਸੈਂਡ ਦੇ ਵਿੱਚ ਛੇਤੀ ਉਤਰ ਜਾਏਗਾ ਤੇ ਲੋਮ 'ਚ ਉਹ ਤੋਂ ਬਾਅਦ 'ਚ, ਤੇ ਕਲੇ 'ਚ ਬਿਲਕੁਲ ਘੱਟ। ਇਹ ਡਿਪੈਂਡ ਕਰਦਾ ਉਸ ਤਰੀਕੇ ਦਾ। ਤੇ ਪਰ ਸਰਟਨਲੀ ਨੁਕਸਾਨ ਤਾਂ ਕਾਫੀ ਆ, ਕਿਉਂਕਿ ਇਹਦੇ ਨਾਲ ਹੀ ਰੂਟ ਰੋਟ ਆ ਜਾਂ ਫਾਈਟੋਫਥੋਰਾ ਆ, ਉਹਦੇ ਬੜੇ ਚਾਂਸਸ ਆ। ਰਾਈਟ। ਤੇ ਪਲੱਸ ਇਹਦੇ 'ਚ ਬਹੁਤ ਜ਼ਿਆਦਾ ਇੱਧਰੋਂ ਉੱਧਰੋਂ ਕੈਮੀਕਲ ਵਗੈਰਾ ਆਏ ਆ, ਉਹਨਾਂ ਨੇ ਅੱਡ ਡੈਮੇਜ ਕਰਨਾ ਹੈ। ਸਟੈਗਨੇਸ਼ਨ ਦੇ ਨਾਲ ਵੈਸੇ ਪਾਣੀ ਇਕੱਠਾ ਹੋਣ ਦੇ ਨਾਲ ਪੀਐਚ ਲੈਵਲ ਤੇ ਵੀ ਫਰਕ ਪੈਂਦਾ ਜਾਂ ਪੀਐਚ ਲੈਵਲ ਵੀ, ਕਿਉਂਕਿ ਪੀਐਚ ਸਰਟਨਲੀ ਜਿਹੜੀਆਂ ਦੂਜੀਆਂ ਕ੍ਰੌਪਸ ਹੁੰਦੀਆਂ, ਜਿਸ ਤਰ੍ਹਾਂ ਮੱਕੀ ਆ, ਉਹਨਾਂ ਦੀ ਜਿਹੜੀ ਉਹ 6.5 ਜਾਂ 7 ਦੇ ਉੱਤੇ ਗਰੋ ਕਰਦੀਆਂ, ਤੇ ਜਿਹੜੀ ਬਲੂਬੇਰੀ ਆ ਉਹ 4.5 ਜਾਂ 5 ਦੇ ਉੱਤੇ ਉਹ ਐਸਿਡਿਕ ਸੋਇਲ 'ਚ ਜ਼ਿਆਦਾ ਜਾਂ ਉਹ ਜਦੋਂ ਉਹ ਸਾਰੇ ਮਿਕਸਅਪ ਹੋ ਜਾਣਾ ਤਾਂ ਸਰਟਨਲੀ ਉਹਦੀ ਪੀਐਚ ਚੇਂਜ ਹੋ ਜਾਣੀ। ਹੁਣ ਬਹੁਤ ਵੱਡਾ ਇਹ ਪੀਐਚ ਨੂੰ ਮੇਨਟੇਨ ਦੁਬਾਰਾ ਕਰਨ ਦਾ ਇੱਕ ਕਾਫੀ ਵੱਡਾ ਖਰਚਾ ਹੋ ਸਕਦਾ ਆਉਣ ਵਾਲੇ ਟਾਈਮ ਦੇ। ਰੈਕਲੇਮੇਸ਼ਨ ਦੇ ਉੱਤੇ ਹੁੰਦੀ ਆ। ਤੇ ਮੈਂ ਤਾਂ ਇਹ ਸੋਚਦਾ ਵੀ ਜਿਹੜੀ ਇਹਦੀ ਜਦੋਂ ਵੀ ਇਹ ਪਾਣੀ ਸੁੱਕੇ, ਉਸ ਤੋਂ ਬਾਅਦ ਇਹ ਕੋਈ ਪ੍ਰੋਪਰ ਸਰਟੀਫਾਈਡ ਦੀ ਲੈਬ ਇਹਦੀ ਸੈਂਪਲਿੰਗ ਕਰਨ ਸਾਰੇ ਇਸ ਸੁਮਸ ਪ੍ਰੇਰੀ ਏਰੀਆ ਦੀ, ਤਾਂ ਕਿ ਉਹ ਫਾਰਮਰਾਂ ਨੂੰ ਸਹੀ ਪ੍ਰੋਪਰ ਗਾਈਡੈਂਸ ਇਹਦੀ ਦਿੱਤੀ ਜਾ ਸਕੇ ਵੀ ਸਹੀ ਇਹਦਾ ਤਰੀਕਾ ਕੀ ਹੈ ਰੈਕਲੇਮੇਸ਼ਨ ਦਾ, ਤੇ ਆਪਾਂ ਨੂੰ ਕੀ ਕਰਨਾ ਚਾਹੀਦਾ। ਓਕੇ, ਵੈਰੀ ਗੁੱਡ। ਆਪਾਂ ਹੋਰ ਡਿਸਕਸ ਕਰਦੇ ਹਾਂ। ਮੈਂ ਇੱਥੇ ਦਰਸ਼ਕਾਂ ਨੂੰ ਇੱਕ ਚੀਜ਼ ਮੈਂਸ਼ਨ ਕਰਦਾ ਕਿ ਮਾਂਗੜ ਸਾਹਿਬ ਨੇ ਕਿਹਾ ਕਿ ਬੰਨ੍ਹ ਟੁੱਟਿਆ। ਮੈਂ ਇੱਕ ਛੋਟੀ ਜਿਹੀ ਇੱਥੇ ਹਿਸਟਰੀ ਦਾ ਲੈਸਨ ਜਾਂ ਇੱਕ ਹਿਸਟਰੀ ਦੀ ਗੱਲਬਾਤ ਕਰਨੀ ਚਾਹੁੰਦਾ। 1920 ਦੇ ਵਿੱਚ ਇਸ ਫਰੇਜ਼ਰ ਵੈਲੀ ਏਰੀਆ ਦੇ ਵਿੱਚ, ਸੁਮਾਸ ਪ੍ਰੇਰੀ ਦੇ ਏਰੀਆ ਦੇ ਵਿੱਚ ਇੱਕ ਲੇਕ ਹੁੰਦੀ ਸੀ। ਉਸ ਲੇਕ ਦਾ ਪਾਣੀ ਡਰੇਨ ਕੀਤਾ ਗਿਆ ਅਤੇ ਲੇਕ ਨੂੰ ਖਾਲੀ ਕਰਕੇ ਇਹ ਐਗਰੀਕਲਚਰ ਵਾਲੀ ਜ਼ਮੀਨ ਹੈ ਜਿਹੜੀ ਇਹ ਬਣਾਈ ਗਈ। ਇੱਥੇ ਇੱਕ ਉਸ ਬਾਰਡਰ ਦੇ ਨਾਲ, ਸੁਮਾਸ ਏਰੀਆ ਦੇ ਨਾਲ, ਇੱਕ ਮਾਊਂਟ ਬੇਕਰ ਤੋਂ ਪਾਣੀ ਜਿਹੜਾ ਥੱਲੇ ਆਉਂਦਾ, ਉਹਦੇ ਕੰਢਿਆਂ ਤੋਂ ਇੱਕ ਨੁਕਸੈਕ ਰਿਵਰ ਹੈ, ਦਰਿਆ। ਉਹ ਦਰਿਆ ਦਾ ਪਾਣੀ ਪਿਛਲੇ ਸਮਿਆਂ ਦੇ ਵਿੱਚ ਕੈਨੇਡਾ ਵੱਲ ਨੂੰ ਆ ਕੇ ਫਰੇਜ਼ਰ ਰਿਵਰ 'ਚ ਐਮਪਟੀ ਹੁੰਦਾ ਸੀ। ਜਦੋਂ ਇਹ ਲੇਕ ਖਾਲੀ ਕੀਤੀ ਗਈ, ਇਹਦਾ ਪਾਣੀ ਬਾਹਰ ਕੱਢਿਆ ਗਿਆ, ਅਤੇ ਜਿਹੜਾ ਦਰਿਆ ਸੀ ਉਹਦਾ ਵੀ ਰੁੱਖ ਬਦਲਿਆ ਕੁਛ ਸਮੇਂ 'ਚ, ਅਤੇ ਹੁਣ ਉਹ ਦਰਿਆ ਤਕਰੀਬਨ ਅੱਧਾ ਸਰਕਲ ਬਣਾ ਕੇ ਬੈਲਿੰਗਮ 'ਚ ਜਾ ਕੇ ਉੱਥੇ ਪਾਣੀ ਇਹ ਸਾਰਾ ਡਰੇਨ ਹੁੰਦਾ। ਪਰ ਜਦੋਂ ਪਾਣੀ ਦਾ ਫਲੋ ਵੱਧ ਜਾਂਦਾ, ਫਲੱਡ ਕੀ ਹੁੰਦਾ ਕਿ ਕਿਸੇ ਦਰਿਆ ਦੇ ਵਿੱਚ ਵਗਦਾ ਪਾਣੀ ਜਦੋਂ ਕੰਢੇ ਦੇ ਉੱਤੋਂ ਦੀ ਬਾਹਰ ਨਿਕਲ ਜਾਂਦਾ ਤਾਂ ਉਹਨੂੰ ਫਲੱਡ ਕਹਿੰਦੇ ਨੇ। ਗੁਆਂਢੀ ਸਰਾਊਂਡਿੰਗ ਏਰੀਆ ਦੇ ਵਿੱਚ ਉਹ ਪਾਣੀ ਭਰ ਜੇ, ਉਹਨੂੰ ਫਲੱਡ ਕਹਿੰਦੇ ਆ। ਜਦੋਂ ਹੁਣ ਮੀਂਹ ਪਿਆ ਅਤੇ ਪਾਣੀ ਬੇਅਥਾਹ ਪਾਣੀ ਇਕੱਠਾ ਹੋਇਆ, ਕਿਉਂਕਿ ਜਿਹੜਾ ਐਟਮੋਸਫੈਰਿਕ ਰਿਵਰ ਹੈ, ਜਿਸ ਤਰ੍ਹਾਂ ਇੱਕ ਨਵੀਂ ਟਰਮ ਆਪਾਂ ਪਹਿਲਾਂ ਦੇਖੀ ਗਰਮੀਆਂ ਦੇ ਵਿੱਚ, ਜਦੋਂ ਗਰਮੀ ਪਈ ਆ, ਹੀਟ ਡੋਮ ਦੇ ਨਾਲ ਗਰਮੀ ਇਕੱਠੀ ਹੋ ਜਾਂਦੀ ਆ, ਕਿਸੇ ਪਾਸੇ ਵਗਦੀ ਨਹੀਂ, ਅਤੇ ਉਹ ਇਕੱਠੀ ਹੋਈ ਗਰਮੀ ਇੱਕ ਬੋਟਲ ਦੇ ਜਾਂ ਪਤੀਲੇ ਦੇ ਢੱਕਣ ਵਾਂਗ ਇੱਕੋ ਜਗ੍ਹਾ 'ਤੇ ਇਕੱਠੀ ਰਹਿੰਦੀ ਹੈ, ਅਤੇ ਉਹਦੇ ਨਾਲ ਫਿਰ ਹੀਟ ਦਾ ਟੈਂਪਰੇਚਰ ਜਿਹੜਾ ਹੀਟ ਵੇਵ ਆ ਉਹ ਪ੍ਰੋਡਿਊਸ ਹੁੰਦੀ ਹੈ। ਜਿਹੜਾ ਐਟਮੋਸਫੈਰਿਕ ਰਿਵਰ ਹੈ, ਇੱਕ ਤੰਗ ਹਾਈਵੇ ਅਸਮਾਨ ਦੇ ਵਿੱਚ ਮੋਇਸਚਰ ਇਕੱਠੀ ਕਰਕੇ ਜਦੋਂ ਲੈ ਕੇ ਜਾਂਦਾ, ਅਤੇ ਜਦੋਂ ਪਹਾੜਾਂ ਦੇ ਉੱਪਰ ਦੀ ਲੰਘਦਾ ਤਾਂ ਉਹ ਮੋਇਸਚਰ ਕੰਡੈਂਸ ਹੋ ਜਾਂਦੀ ਹੈ। ਕੰਡੈਂਸ ਹੋ ਕੇ ਸਾਰੀ ਮੋਇਸਚਰ ਡਿਪੈਂਡ ਕਰਦਾ ਹੈ ਕਿ ਕਿੰਨੀ ਕੁ ਮੋਇਸਚਰ ਹੈ, ਕਿੰਨਾ ਕੁ ਟੈਂਪਰੇਚਰ ਹੈ, ਅਤੇ ਉਹ ਸਾਰੀ ਥੱਲੇ ਡਿੱਗ ਪੈਂਦੀ ਹੈ। 24 ਘੰਟਿਆਂ ਦੇ ਵਿੱਚ ਓਨਾ ਕੁ ਮੀਂਹ ਪੈ ਗਿਆ ਜਿੰਨਾ ਕਿ ਮਹੀਨੇ ਦੇ ਵਿੱਚ ਮੀਂਹ ਪੈਂਦਾ ਸੀ। ਸੋ ਜਦੋਂ ਐਟਮੋਸਫੈਰਿਕ ਰਿਵਰ ਦੇ ਕਰਕੇ ਮੀਂਹ ਪਿਆ, ਮੁਸਲਾਧਾਰ ਮੀਂਹ ਪਿਆ, ਤਾਂ ਪਾਣੀ ਸੀ ਜਿਹੜਾ ਨੁਕਸੈਕ ਰਿਵਰ ਦਾ, ਉਹ ਸੁਮਾਸ ਦੇ ਵਿੱਚ ਦੀ ਹੁੰਦਾ ਹੋਇਆ ਫਰੇਜ਼ਰ ਵੈਲੀ 'ਚ ਆ ਗਿਆ। ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਸਾਡੀਆਂ ਅਥਾਰਟੀਜ਼ ਨੂੰ, ਸਾਡੀਆਂ ਗਵਰਨਮੈਂਟਸ ਨੂੰ ਇਹ ਪਤਾ ਸੀ ਕਿ ਇੱਦਾਂ ਹੋ ਸਕਦਾ? ਜਿਹੜੀ ਹਿਸਟੋਰਿਕ ਬੈਕਗਰਾਊਂਡ ਆ ਉਹ ਇਹ ਦੱਸਦੀ ਹੈ ਕਿ ਹਾਂ, ਇਹ ਬਿਲਕੁਲ ਪਤਾ ਸੀ। ਮੈਂ ਤੁਹਾਡੇ ਨਾਲ ਕੁਝ ਰਿਪੋਰਟਾਂ ਸਾਂਝੀਆਂ ਕਰਦਾ, ਫਿਰ ਆਪਾਂ ਹੋਰ ਸਵਾਲ ਪੁੱਛਦੇ ਹਾਂ। ਜੇ ਅਸੀਂ ਦੇਖੀਏ, ਪਹਿਲਾਂ ਮੈਂ ਇੱਥੇ ਇਹ ਮੈਂਸ਼ਨ ਕਰਦਾ ਕਿ ਬੈਰੋ ਟਾਊਨ ਉੱਥੇ 4 ਪੰਪ ਲੱਗੇ ਹੋਏ ਨੇ ਵੱਡੇ, ਅਤੇ ਉਹ ਪੰਪ 1977 ਤੋਂ 1980 ਦੇ ਵਿਚਾਲੇ ਬਣਾਏ ਗਏ। $27 ਮਿਲੀਅਨ ਦੀ ਲਾਗਤ ਹੋਈ। ਉਹ ਪਾਣੀ ਉੱਥੋਂ ਕੱਢ ਕੇ ਦਰਿਆ ਦੇ ਵਿੱਚ ਪਾਉਂਦੇ ਨੇ। 1 ਮਿੰਟ ਦੇ ਵਿੱਚ ਤਕਰੀਬਨ 2.5 ਮਿਲੀਅਨ ਲੀਟਰ ਪਾਣੀ ਉਹ ਕੱਢ ਦਿੰਦੇ ਨੇ। ਬੜੇ ਵੱਡੇ ਪੰਪ ਨੇ, ਪਰ ਇਹ ਖਤਰਾ ਹਮੇਸ਼ਾ ਬਣਿਆ ਰਹਿੰਦਾ ਕਿ ਪੰਪ ਕਿਸੇ ਟਾਈਮ 'ਤੇ ਵੀ ਬੰਦ ਹੋ ਸਕਦੇ ਨੇ। ਉਹਨਾਂ ਦੀ ਵਾਰਨਿੰਗ ਸਮੇਂ-ਸਮੇਂ 'ਤੇ ਅਕਸਰ ਦਿੱਤੀ ਗਈ ਹੈ ਕਿ ਉਹ ਪੰਪ ਬੰਦ ਹੋ ਸਕਦੇ ਨੇ। ਜਦੋਂ ਪੰਪ ਬੰਦ ਹੋਣਗੇ ਤਾਂ ਪਾਣੀ ਵਧੂਗਾ ਤਾਂ ਪ੍ਰੋਬਲਮ ਹੋਰ ਵਧੇਗੀ। ਅਤੇ ਪੰਪਾਂ ਨੂੰ ਅਪਗ੍ਰੇਡ ਕਰਨ ਦੇ ਲਈ ਕਈ ਸਾਲ ਪਹਿਲਾਂ
ਐਬਟਸਫੋਰਡ ਮਿਊਨਿਸਪੈਲਿਟੀ ਨੇ ਫੈਡਰਲ ਗਵਰਨਮੈਂਟ ਤੋਂ ਪੈਸੇ ਮੰਗੇ ਕਿ ਅਸੀਂ ਇਹ ਅਪਗ੍ਰੇਡ ਕਰਨੇ ਚਾਹੁੰਦੇ ਹਾਂ, ਪਰ ਉਹ ਅਜੇ ਤੱਕ ਅਪਗ੍ਰੇਡ ਨਹੀਂ ਹੋਏ। ਹੁਣ ਆਪਾਂ ਦੇਖੀਏ ਕਿ ਕਿਹੜੀਆਂ ਰਿਪੋਰਟਾਂ ਨੇ ਜਿਹੜੀਆਂ ਇੰਡੀਕੇਟ ਕਰਦੀਆਂ ਨੇ ਕਿ ਇਹ ਸਾਰੀ ਸਿਚੁਏਸ਼ਨ ਦਾ ਗਵਰਨਮੈਂਟਾਂ ਨੂੰ ਭਲੀ ਭਾਂਤੀ ਪਹਿਲਾਂ ਪਤਾ ਸੀ। ਲੈਟਸ ਸੀ ਐਬਟਸਫੋਰਡ ਸਿਟੀ। ਐਬਟਸਫੋਰਡ ਸਿਟੀ ਦੇ ਵਿੱਚ 2013 ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਕਿ ਇਹ ਪੰਪਾਂ ਨੂੰ ਅਪਗ੍ਰੇਡ ਕਰਨਾ ਤੇ $500 ਮਿਲੀਅਨ ਫੈਡਰਲ ਗਵਰਨਮੈਂਟ ਤੋਂ ਮੰਗਿਆ ਗਿਆ। ਨਾ ਉਹ ਪੈਸੇ ਆਏ ਤੇ ਨਾ ਇਹ ਪੰਪ ਅਪਗ੍ਰੇਡ ਹੋਏ। ਮੇਜਰ ਟਰਾਂਸਪੋਰਟੇਸ਼ਨ ਜਿਹੜੀ ਸੀ ਯੂਟਿਲਿਟੀ ਕੋਰੀਡੋਰ, ਉਹਦੇ ਲਈ ਖਤਰਾ ਬਹੁਤ ਜ਼ਾਹਰ ਤਰੀਕੇ ਦੇ ਨਾਲ ਸਾਂਝਾ ਕੀਤਾ ਗਿਆ ਕਿ ਖਤਰਾ ਹੋ ਸਕਦਾ ਹੈ, ਜਿਹੜਾ ਕਿ ਫੂਡ ਨੂੰ ਤੇ ਜਿਹੜੇ ਸਾਡੀ ਸਪਲਾਈ ਚੇਨ ਹੈ ਇਹਨਾਂ ਦੇ ਉੱਤੇ ਅਸਰ ਪਾਏਗਾ। ਆਉਣ ਵਾਲੇ 5-10 ਸਾਲਾਂ ਦੇ ਵਿੱਚ ਉਸ ਚੀਜ਼ ਤੋਂ ਰਿਕਵਰੀ ਕਰਨ ਨੂੰ ਸਮਾਂ ਲੱਗ ਸਕਦਾ ਹੈ। 2015 ਦੇ ਵਿੱਚ 75 ਲੋਅਰ ਮੇਨਲੈਂਡ ਦੀਆਂ ਡਾਈਕਸ ਦਾ ਸਰਵੇ ਕੀਤਾ ਗਿਆ। ਰਿਜ਼ਲਟ 71% ਡਾਈਕਸ ਖਤਰੇ ਦੀ ਮਾਰ ਥੱਲੇ ਸੀ, ਮਤਲਬ 3/4 ਹਿੱਸੇ ਤੋਂ ਵੱਧ ਜਾਂ ਉਹਦੇ ਨੇੜੇ ਤੇੜੇ ਜਿਹੜੀਆਂ ਡਾਈਕਸ ਸੀਗੀਆਂ ਉਹ ਖਤਰੇ ਵਾਲੀ ਰੇਂਜ ਦੇ ਵਿੱਚ ਸੀਗੀਆਂ। ਫਲੱਡ ਵਾਟਰ ਜਿਹੜਾ ਉਹਨਾਂ ਨੂੰ ਕਿਸੇ ਟਾਈਮ 'ਤੇ ਵੀ ਤੋੜ ਸਕਦਾ। ਇਹ 2015 ਦੀ ਰਿਪੋਰਟ। ਇਸ ਤੋਂ ਬਿਨਾਂ ਕੰਸਲਟੈਂਟਸ ਨੇ ਰਿਪੋਰਟ ਦਿੱਤੀ ਕਿ ਜਿਹੜੀਆਂ ਲੋਅਰ ਮੇਨਲੈਂਡ ਦੇ ਵਿੱਚ ਡਾਈਕਸ ਬਣਾਈਆਂ ਗਈਆਂ ਨੇ ਇਹ ਫੇਲ ਹੋ ਸਕਦੀਆਂ ਕਿਸੇ ਟਾਈਮ ਦੇ ਉੱਤੇ ਵੀ। ਫਿਰ ਸਾਇੰਟਿਸਟ ਨੇ ਇੱਕ ਰਿਪੋਰਟ ਪੇਸ਼ ਕੀਤੀ 30 ਸਾਲ ਪਹਿਲਾਂ। ਉਸ ਰਿਪੋਰਟ 'ਚ ਕਿਹਾ ਗਿਆ ਕਿ ਪਾਣੀ ਦਾ ਸਮੁੰਦਰ ਦੇ ਵਿੱਚ ਵਾਧਾ ਹੋਇਆ ਲੈਵਲ, ਜਿਹੜਾ ਸੋਕਾ ਪੈ ਰਿਹਾ, ਜਿਹੜੇ ਫਲੱਡ ਆ ਰਹੇ ਨੇ, ਜਿਹੜੀ ਲੈਂਡਸਲਾਈਡ ਹੋ ਰਹੀ ਹੈ, ਇਹ ਇੱਕ ਖਤਰੇ ਦੀ ਵਾਰਨਿੰਗ ਦਾ ਸਿਗਨਲ ਹੈ। 2018 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਆਡੀਟਰ ਜਨਰਲ ਦੀ ਰਿਪੋਰਟ, ਉਹਨੇ ਇੰਡੀਕੇਟ ਕੀਤਾ ਕਿ BC ਗਵਰਨਮੈਂਟ ਦੇ ਵਿੱਚ ਰਿਸਕ ਮੈਨੇਜਮੈਂਟ ਕਰਨ ਦੇ ਲਈ ਤੇ ਮੌਸਮ ਦੀ ਬਦਲਾਅ ਦੇ ਲਈ ਇਨਫ ਐਫਰਟਸ ਨਹੀਂ ਕੀਤੇ ਜਾ ਰਹੇ ਤੇ ਫਲੱਡ ਵਾਈਲਡ ਫਾਇਰਸ ਲਈ ਐਡੀਸ਼ਨਲ ਅਟੈਂਸ਼ਨ ਦੀ ਲੋੜ ਹੈ। ਇਹਦੇ ਲਈ ਪਲੈਨਿੰਗ ਦੀ ਲੋੜ ਹੈ, ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ। ਇਹ BC ਦੇ ਆਡੀਟਰ ਜਨਰਲ ਦੀ ਰਿਪੋਰਟ ਹੈ। ਇਸ ਤੋਂ ਬਿਨਾਂ ਹੋਰ ਕਈ ਤਰ੍ਹਾਂ ਦੀਆਂ ਰਿਪੋਰਟਾਂ ਜਿਨ੍ਹਾਂ 'ਚ ਰਿਸਕ ਅਸੈਸ ਕੀਤਾ ਗਿਆ। ਤੇ ਮਾਰਚ ਦੇ ਵਿੱਚ ਫਰੇਜ਼ਰ ਬੇਸਨ ਕਾਉਂਸਲ ਉਹਨਾਂ ਨੇ ਆਪਦੀ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ 20 ਤੋਂ 30 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਜੇ ਐਕਸ਼ਨ ਨਾ ਲਿਆ ਗਿਆ। ਇਸ ਤੋਂ ਬਿਨਾਂ ਕਾਉਂਸਲ ਨੇ ਵਾਰਨ ਕੀਤਾ ਫਰੇਜ਼ਰ ਰਿਵਰ ਦੀਆਂ ਡਾਈਕ ਦੇ ਲਈ ਕਿ ਲਾਰਜ ਪਾਰਟ ਵੈਲੀ ਦਾ ਜਿਹੜਾ ਉਹ ਵਲਨਰੇਬਲ ਹੈ। ਫਿਰ ਇਸ ਤੋਂ ਬਿਨਾਂ 1990 ਵਾਲਾ ਜਿਹੜਾ ਫਲੱਡ ਸੀ, ਕਿਉਂਕਿ ਪਹਿਲਾਂ ਫਲੱਡ ਆਏ ਨੇ, ਇੱਕ ਤਾਂ 1948 ਦੇ ਵਿੱਚ ਆਇਆ। ਜਿਹੜਾ 1948 ਦੇ ਵਿੱਚ ਫਲੱਡ ਆਇਆ ਉਹ ਇੰਨਾ ਕੁ ਜ਼ਬਰਦਸਤ ਸੀਗਾ, ਉਹਦੇ 'ਚ 14,000 ਲੋਕ ਬੇਘਰ ਹੋਏ ਤੇ 10 ਲੋਕਾਂ ਦੀਆਂ ਮੌਤਾਂ ਹੋਈਆਂ ਤੇ ਕਾਫੀ ਜ਼ਮੀਨ ਆ ਜਿਹੜੀ ਉਹ ਫਲੱਡ ਦੇ ਥੱਲੇ ਰਹੀ ਤੇ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਸੀ। ਫਿਰ 1990 ਦਾ ਫਲੱਡ, ਫਿਰ 2009 ਦਾ ਫਲੱਡ ਤੇ ਫਿਰ ਹੁਣ 2021 ਦਾ ਫਲੱਡ। ਇਹਨਾਂ ਬਾਰੇ ਡਿਫਰੈਂਟ ਗੌਰਮੈਂਟਾਂ ਨੂੰ ਡਿਫਰੈਂਟ ਗੌਰਮੈਂਟਾਂ ਦੇ ਲੈਵਲਾਂ ਨੇ ਵਾਰਨਿੰਗਾਂ ਦਿੱਤੀਆਂ, ਪਰ ਜਿਉਂ-ਜਿਉਂ ਫਲੱਡ ਘਟਦਾ ਗਿਆ ਤਿਉਂ-ਤਿਉਂ ਮੈਮਰੀ ਵੀ ਘਟਦੀ ਗਈ, ਤਿਉਂ-ਤਿਉਂ ਐਕਸ਼ਨ ਵੀ ਵੀਕ ਹੁੰਦਾ ਗਿਆ। ਹੁਣ ਆਪਾਂ ਦੇਖਦੇ ਹਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਫਾਰਮਰਸ ਨੂੰ ਇਫੈਕਟ ਕਰਦੀਆਂ ਨੇ। ਉਦਾਹਰਨ ਦੇ ਤੌਰ ਤੇ ਕੀ ਇੰਸ਼ੋਰੈਂਸ ਇਹਨਾਂ ਨੂੰ ਕਵਰ ਕਰਦੀ ਹੈ ਇਹਨਾਂ ਦੇ ਨੁਕਸਾਨ ਨੂੰ? ਕੀ ਇਹਨਾਂ ਨੂੰ ਕੋਈ ਭਰੋਸਾ ਦਵਾਇਆ ਗਿਆ ਗੌਰਮੈਂਟਾਂ ਵੱਲੋਂ ਕਿ ਜਾਂ ਜਿਹੜੀ ਇਹ ਸਥਿਤੀ ਹੈ ਇਹਦੇ ਵਿੱਚ ਕੀ ਐਕਸ਼ਨ ਲੈਣ ਦੀ ਲੋੜ ਹੈ? ਫਾਰ ਐਗਜ਼ਾਮਪਲ ਗਾਰਬੇਜ ਇਕੱਠਾ ਹੋ ਗਿਆ, ਉਹ ਕਿਹਨੇ ਚੁੱਕਣਾ? ਕਿ ਸਿਟੀ ਦੀਆਂ ਗੌਰਮੈਂਟਾਂ ਜਾਂ ਪ੍ਰੋਵਿੰਸ਼ੀਅਲ ਗੌਰਮੈਂਟ ਉਹ ਗਾਰਬੇਜ ਚੁੱਕੇਗੀ? ਜੋ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦੇ ਇਕਵਿਪਮੈਂਟ ਦਾ, ਇਹਨਾਂ ਦੇ ਫਾਰਮ ਦਾ, ਉਹਨੂੰ ਕੌਣ ਪੂਰਾ ਕਰੇਗਾ? ਜਿਹੜੀ ਪ੍ਰੀਵੈਂਸ਼ਨ ਹੋਣੀ ਹੈ ਫਿਊਚਰ ਦੇ ਵਿੱਚ, ਉਹਦੇ 'ਤੇ ਕੀ ਐਕਸ਼ਨ ਲਏ ਗਏ ਨੇ? ਜਿਸ ਤਰ੍ਹਾਂ ਖੇਲਾ ਸਾਹਿਬ ਨੇ ਮੈਂਸ਼ਨ ਕੀਤਾ ਰੈਕਲਾਮੇਸ਼ਨ ਜ਼ਮੀਨ ਦੀ ਕਰਨ ਦੇ ਲਈ, ਉਹਦੇ ਲਈ ਕੀ ਪਲਾਨਸ ਨੇ? ਤੇ ਕੀ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਪ੍ਰੋਪਰ ਡਰੈਜਿੰਗ ਹੁੰਦੀ ਹੈ? ਡਰੈਜਿੰਗ ਦਾ ਮਤਲਬ ਹੈ ਕਿ ਉਹਦੇ 'ਚੋਂ ਰੇਤਾ ਜਿਹੜਾ ਪਹਾੜਾਂ ਤੋਂ ਖੁਰ ਕੇ ਆਇਆ ਪਾਣੀ ਦੇ ਨਾਲ ਉਹ ਕੱਢਿਆ ਜਾਂਦਾ ਤਾਂ ਕਿ ਪਾਣੀ ਦਾ ਵਹਾਅ ਨਾਰਮਲ ਰਵੇ। ਉਹ ਡਰੈਜਿੰਗ ਕੀਤੀ ਜਾਂਦੀ ਹੈ ਕਿ ਨਹੀਂ ਕੀਤੀ ਜਾਂਦੀ? ਡਰੈਜਿੰਗ ਹੈ ਜਿਹੜੀ ਹੈ ਫੈਡਰਲ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਹੈ, ਪ੍ਰੋਵਿੰਸ਼ੀਅਲ ਜਾਂ ਮਿਊਨਿਸਪਲ ਦੀ ਨਹੀਂ ਹੈ। ਕੀ ਫੈਡਰਲ ਗੌਰਮੈਂਟ ਉਹ ਡਰੈਜਿੰਗ ਕਰਦੀ ਹੈ ਇਹਨਾਂ ਦਰਿਆਵਾਂ ਦੇ ਵਿੱਚੋਂ? ਕੀ ਇੱਕ ਕਮਿਸ਼ਨ ਬਣਾਇਆ ਗਿਆ ਸੀ ਅਮਰੀਕਾ ਤੇ ਕੈਨੇਡਾ ਦਾ ਫਲੱਡ ਨੂੰ ਕੰਟਰੋਲ ਕਰਨ ਦੇ ਲਈ? ਕੀ ਉਹਦੇ 'ਤੇ ਕੋਈ ਫਰਦਰ ਐਕਸ਼ਨ ਹੋਇਆ? ਕਿ ਜਿਹੜੇ ਅਮਰੀਕਾ ਦੇ ਦਰਿਆ ਨੇ, ਨੁਕਸਕ ਰਿਵਰ ਆ, ਉਹਦੇ 'ਚ ਅਮਰੀਕਨ ਗਵਰਨਮੈਂਟ ਡਰੈਜਿੰਗ ਕਰਦੀ ਹੈ? ਕਿ ਕੈਨੇਡੀਅਨ ਅਥਾਰਟੀਜ਼ ਅਮਰੀਕਾ ਨੂੰ ਨੈਗੋਸ਼ੀਏਸ਼ਨ ਦੇ ਸਮੇਂ 'ਤੇ ਇਹ ਸਵਾਲ ਪੁੱਛਦੇ ਨੇ ਕਿ ਤੁਸੀਂ ਡਰੈਜਿੰਗ ਕਰਦੇ ਹੋ? ਜੇ ਨਹੀਂ ਕਰਦੇ ਤਾਂ ਕਰੋ, ਕਿਉਂਕਿ ਤੁਹਾਡੇ ਦਰਿਆ ਦੇ ਫਲੱਡ ਦਾ ਨੁਕਸਾਨ ਕੈਨੇਡਾ ਦੇ ਵਿੱਚ ਹੁੰਦਾ। ਇਹਨਾਂ ਚੀਜ਼ਾਂ ਬਾਰੇ ਆਓ ਆਪਾਂ ਫਿਰ ਇੱਕ ਵਾਰੀ ਪੁੱਛਦੇ ਹਾਂ ਢਿੱਲੋਂ ਸਾਹਿਬ।
ਤੁਹਾਡਾ ਕੀ ਖਿਆਲ ਹੈ ਜੀ ਕਿ ਜਿਹੜੀਆਂ ਮੈਂ ਇਹ ਗੱਲਾਂ ਮੈਂਸ਼ਨ ਕੀਤੀਆਂ, ਤੁਸੀਂ ਕਿੱਥੇ ਤੱਕ ਸਹਿਮਤ ਹੋ? ਕੀ ਗਵਰਨਮੈਂਟਾਂ ਦੀ ਕਿੱਥੇ ਤੱਕ ਰਿਸਪੌਂਸਿਬਿਲਟੀ ਬਣਦੀ ਹੈ? ਤੁਹਾਡਾ ਕੀ ਨਜ਼ਰੀਆ? ਮੈਂ ਹਰੇਕ ਗੱਲ ਨਾਲ ਤੁਹਾਡੇ ਨਾਲ 100% ਸਹਿਮਤ ਹਾਂ। ਅਸੀਂ ਆਪਸ ਵਿੱਚ ਵੀ ਐਨਾਲਿਸਿਸ ਕਰਦੇ ਸੀ ਇਹਨਾਂ ਚੀਜ਼ਾਂ ਲਈ ਵੀ ਕੀ ਹੋਣਾ ਚਾਹੀਦਾ ਜਾਂ ਫਿਊਚਰ ਕੀ ਹੋਊਗਾ। ਜਿਹੜੀਆਂ ਚੀਜ਼ਾਂ ਦਿਸੀਆਂ, ਜਿਵੇਂ ਆਪਾਂ ਦੇਖੀਏ, ਅਸੀਂ ਸਾਰਿਆਂ ਨੂੰ ਫੇਸ ਕੀਤਾ, ਕਿਸੇ ਨੇ ਸਾਡੀ ਉੱਤੇ ਆ ਕੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ। ਜੇ ਹੁਣ ਜਿਵੇਂ ਤੁਸੀਂ ਦੱਸਦੇ ਆ ਵੀ ਇਹ ਚੀਜ਼ਾਂ ਜੇ ਗਵਰਨਮੈਂਟਾਂ ਕਰਦੀਆਂ ਤਾਂ ਅੱਜ ਸਾਡਾ ਨੁਕਸਾਨ ਨਹੀਂ ਹੋਣਾ ਸੀਗਾ। ਬਿਲਕੁਲ। ਜੇ ਮੈਂ ਸੋਚਦਾ ਨਾ, ਜਿੰਨਾ ਕੁ ਮੇਰਾ ਬ੍ਰੇਨ ਹੈਗਾ, ਅੱਜ ਇਹ ਤੁਸੀਂ ਕਹਿੰਦੇ $1 ਬਿਲੀਅਨ ਦਾ ਨੁਕਸਾਨ ਹੋਇਆ, ਅੱਜ ਵੀ ਗਵਰਨਮੈਂਟ $1 ਬਿਲੀਅਨ ਲਾਊਗੀ। ਜੇ ਉਹ ਗਵਰਨਮੈਂਟਾਂ ਇੰਨੀਆਂ ਸਿਆਣੀਆਂ ਹੁੰਦੀਆਂ, ਪਹਿਲਾਂ ਸੁਚੇਤ ਹੁੰਦੀਆਂ, ਤੇ ਜਾਨੀ ਮਾਲੀ ਨੁਕਸਾਨ ਘੱਟ ਪੈਸੇ ਨਾਲ ਕਹਿੰਦੇ ਆ ਸਟਿਚ ਐਂਡ ਟਾਈਮ ਸੇਵਸ 9, ਘੱਟ ਪੈਸੇ ਨਾਲ ਵੱਧ ਫਾਇਦਾ ਹੋ ਸਕਦਾ, ਨੁਕਸਾਨ ਤੋਂ ਬਚਾਇਆ ਜਾ ਸਕਦਾ, ਪੂਰਾ ਹੋ ਜਾਊਗਾ ਜੀ। ਜਿਹੜੀਆਂ ਹੁਣ ਸਾਡੀਆਂ ਫੀਲਿੰਗਸ ਹਰਟ ਹੋਈਆਂ, ਮੈਂ ਉੱਥੇ ਇਕੱਲਾ ਸੀਗਾ ਜਾਂ ਇਹ ਬੰਦੇ ਹੁਣ ਗੱਲ ਕਰਦੇ ਆ, ਅਸੀਂ ਆਪਸ ਦੀ ਗੱਲ ਕਰਦੇ ਸੀ, ਰੋ ਪੈਂਦੇ ਆ। ਮੈਂ ਆਪਦੀ ਲਾਈਫ ਦੇ ਵਿੱਚ ਕਦੇ ਇੰਨੀ ਛੇਤੀ ਕਦੇ ਰੋਇਆ ਨਹੀਂ ਸੀ। ਤੇ ਜਿਵੇਂ ਹੁਣ ਇੱਕ ਦੂਜੇ ਨਾਲ ਅਸੀਂ ਗੱਲ ਨਹੀਂ ਕਰਦੇ, ਪਰ ਖਾਲਸਾ ਹੌਸਲਾ ਰੱਖਦਾ। ਤੇ ਪਰ ਤੁਹਾਡੇ ਇਮੋਸ਼ਨ, ਆਪਾਂ ਪੰਜਾਬੀ ਆ, ਹਰੇਕ ਬੰਦੇ ਦੇ ਆਪਦੀ ਫੈਮਿਲੀ ਨਾਲ, ਆਪਦੀ ਪ੍ਰੋਪਰਟੀ ਨਾਲ, ਤੁਸੀਂ ਜਿਹੜੇ ਤੁਹਾਡੇ ਇਮੋਸ਼ਨ ਜੁੜੇ ਹੁੰਦੇ ਆ। ਬਿਲਕੁਲ ਜੁੜੇ। ਸਾਨੂੰ ਜਿਹੜਾ ਨੁਕਸਾਨ ਹੋਣਾ ਤਾਂ ਨੁਕਸਾਨ ਹੈ, ਜਿਹੜਾ ਹੁਣ ਇੰਨੇ ਲੋਕ ਬੇਘਰ ਹੋਏ ਆ, ਉਹ ਚੀਜ਼ਾਂ ਅਸੀਂ ਆਪ ਸੋਚਦੇ ਸੀ। ਅੱਜ ਤੁਸੀਂ ਐਕਸਪਲੇਨ ਕਰਤਾ ਵੀ ਮੈਂ ਜ਼ਰੂਰ ਕਹੂੰਗਾ ਪ੍ਰਸ਼ਾਸਨ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਸੀ। ਮੰਗਟ ਸਾਹਿਬ, ਇੱਕ ਵਾਰੀ ਫਿਰ ਤੁਹਾਡੇ ਕੋਲ ਆਉਂਦੇ ਹਾਂ। ਹਾਂਜੀ, ਤੁਸੀਂ ਕੀ ਸੋਚਦੇ ਹੋ ਜੀ ਕਿ ਫਾਰਮਰਸ ਦਾ ਮੋਰਲ ਡਾਊਨ ਹੋਇਆ, ਉਹਨੂੰ ਅਪ ਕਰਨ ਦੇ ਲਈ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਫਸਲ ਪਾਲੀ ਕਿੰਨੇ ਸਾਲਾਂ ਦੀ, ਛੋਟੇ ਛੋਟੇ ਬੂਟੇ ਪਾਲੇ ਅਸੀਂ ਆਪੇ ਲਾਈ ਸੀ, ਬੇਰੀ ਕੋਈ ਲੱਗੀ ਨਹੀਂ ਸੀ ਲਈ, ਦੋਨੇ ਖੇਤਾਂ 'ਚ ਆਪ ਹੀ ਮਿਹਨਤ ਕਰਦੇ ਸੀਗੇ, ਲੇਬਰ ਬਹੁਤ ਘੱਟ ਲਾਉਂਦੇ ਸੀ। ਤੇ ਹੁਣ ਉਹ ਪਾਣੀ 'ਚ ਡੁੱਬੀ ਬੈਠੀ ਹੈ, ਤੁਸੀਂ ਆਪੇ ਸੋਚ ਸਕਦੇ ਹੋ ਕੀ ਬੀਤਦੀ ਆ। ਬਿਲਕੁਲ ਬਿਲਕੁਲ ਔਖਾ ਜੀ। ਆਈ ਫੁੱਲੀ ਐਗਰੀ। ਦਿਓਲ ਸਾਹਿਬ, ਤੁਸੀਂ ਮੈਂਸ਼ਨ ਕੀਤਾ ਕਿ ਤੁਹਾਨੂੰ ਬੈਂਕ ਤੋਂ ਲੋਨ ਲੈਣੇ ਪਏ ਨੇ, ਬਾਕੀ ਸਾਰਿਆਂ ਨੂੰ, ਫਾਰਮਰਾਂ ਨੂੰ ਵੀ ਲੈਣੇ ਪੈਂਦੇ ਨੇ, ਤੇ ਬੈਂਕ ਦਾ ਤੁਹਾਨੂੰ ਫੋਨ ਵੀ ਆਇਆ। ਤੁਸੀਂ ਕੀ ਸੋਚਦੇ ਹੋ ਕਿ ਮਾਰਗੇਜਾਂ ਕਿੱਦਾਂ ਪੇ ਹੋਣਗੀਆਂ, ਜਾਂ ਇਹ ਇੰਸ਼ੋਰੈਂਸ ਕੀ ਕਵਰ ਕਰੂਗੀ? ਨਹੀਂ ਜੀ, ਜਿਹੜਾ ਇੰਸ਼ੋਰੈਂਸ ਤਾਂ ਕਵਰ ਜਦੋਂ ਕਰੂਗੀ, ਪਰ ਜਿਹੜਾ ਅੱਜ ਦੇ ਕਰੂਗੀ ਵੀ ਕਿ ਨਹੀਂ ਕਰੂਗੀ? ਨਹੀਂ ਕਰੂਗੀ। ਰੌਲਾ ਤਾਂ ਇਹੀ ਆ ਵੀ ਹਜੇ ਕੋਈ ਉਹਦੇ 'ਚ ਗਰੰਟੀ ਤਾਂ ਹੈ ਨਹੀਂ ਕਿ ਵੀ ਇੰਸ਼ੋਰੈਂਸ ਕਵਰ ਕਰੂਗੀ। ਤੇ ਔਰ ਜਿਹੜਾ ਮਾਨਸਿਕ ਤੌਰ ਤੇ ਅਸੀਂ ਅੱਜ ਕਹਿ ਲਓ ਵੀ ਸਿੱਖ ਹੋਏ ਬੈਠੇ ਆ, ਉਹਦਾ ਕੋਈ ਮੁੱਲ ਨਹੀਂ। ਠੀਕ ਆ, ਪੈਸਾ ਤਾਂ ਕਹਿ ਦਿੰਦਾ ਬੰਦਾ ਆਉਣ ਜਾਣ ਵਾਲੀ ਚੀਜ਼ ਆ, ਪਰ ਇਹ ਆਉਣ ਜਾਣਾ ਵੀ ਇਸ ਹਿਸਾਬ ਨਾਲ ਜਾਣਾ ਵੀ ਮਾੜਾ, ਰਾਈਟ। ਤੇ ਨੰਬਰ 2 ਤੇ ਜਿਹੜੀ ਹੁਣ ਉੱਥੇ ਫੀਲਡ ਦੀ ਜਾ ਕੇ ਹਾਲਤ ਦੇਖਦੇ ਆ, ਫੀਲਡ ਦਾ ਥੱਲੇ ਦਿਸ ਹੀ ਨਹੀਂ ਰਿਹਾ, ਪਾਣੀ ਦਿਸ ਰਿਹਾ। ਤੇ ਨੰਬਰ 2 ਤੇ ਗੱਲ ਉਸ ਹੁਣ ਫਾਰਮ ਦੇ ਉੱਤੇ 20-25 ਚੁੱਲ੍ਹੇ ਚੱਲਦੇ ਆ, ਕਹਿ ਲਓ ਜਿਹੜੇ ਮੇਰੇ ਵਰਕਰ ਆ ਉਹ ਵੀ ਅੱਜ ਰੋਂਦੇ ਆ, ਰਾਈਟ। ਤੇ ਮੈਂ ਤਾਂ ਮਾਨਸਿਕ ਤੌਰ ਤੇ ਤੁਹਾਡੇ ਕੋਲ ਕੰਮ ਕਰਦੇ ਸੀ? ਮੇਰੇ ਕੋਲੇ ਜੀ 12 ਮੈਕਸੀਕਨ ਹੁੰਦੇ ਆ, ਬਾਕੀ ਪੰਜਾਬੀ ਪਰਿਵਾਰ ਆ, ਰਫਲੀ ਹੈਗੇ 20 ਜਾਣੇ ਜੋ ਹੁੰਦੇ ਆ ਅਸੀਂ ਕਰੂ ਟੋਟਲ। ਤੇ ਅੱਜ ਸਾਰੇ ਉਹ ਡਾਮਾਡੋਲ ਆ ਵੀ ਪਤਾ ਨਹੀਂ ਕੀ ਹੋਣਾ ਵਾ, ਰਾਈਟ। ਤੇ ਜੇ ਇੰਸ਼ੋਰੈਂਸ, ਅਸੀਂ ਤਾਂ ਗਵਰਨਮੈਂਟ ਨੂੰ ਇਹੀ ਅਪੀਲ ਕਰਦੇ ਹਾਂ ਵੀ ਅੱਜ ਹੁਣ ਤੱਕ ਸਾਡੀ ਕਿਸੇ ਨੇ ਆ ਕੇ ਕਹਿ ਲਓ ਵੀ ਖਬਰ ਨਹੀਂ ਲਈ ਵੀ ਤੁਸੀਂ ਕਿੱਥੇ ਹੋ, ਕੀ ਨਹੀਂ। ਸਾਡਾ ਵੀ ਇਸ ਕੰਟਰੀ ਨੂੰ ਕਿਤੇ ਨਾ ਕਿਤੇ ਯੋਗਦਾਨ ਤਾਂ ਹੈਗਾ ਹੀ ਆ ਨਾ। ਬਿਲਕੁਲ ਹੈਗਾ ਜੀ, ਤੁਸੀਂ ਅੰਨਦਾਤਾ, ਫਾਰਮਰ ਅੰਨਦਾਤੇ ਨੇ। ਗਰੋ ਕਰਦੇ ਆ ਕ੍ਰੌਪ, ਸਾਡੀ ਕ੍ਰੌਪ ਦੇ ਨਾਲ ਹੀ ਹੋਰ ਦੇਖੋ ਕਿੰਨੇ ਚੁੱਲ੍ਹੇ ਚੱਲਦੇ ਆ, ਕੈਨਰੀਆਂ ਦੇ ਵਿੱਚ ਵਰਕਰ ਕੰਮ ਕਰਦੇ ਆ, ਉਹ ਵੀ ਤਾਂ ਸਾਰੇ, ਇਹ ਸਾਰੀ ਇੱਕ ਕਿਸਮ ਦੀ ਚੇਨ ਆ, ਸਪਲਾਈ ਚੇਨ ਹੈ ਜਿਹੜੀ ਇਸ ਵੇਲੇ ਟੁੱਟੀ ਹੋਈ ਹੈ ਜੀ। ਇਸ ਟਾਈਮ ਸਾਨੂੰ ਗਵਰਨਮੈਂਟ ਨੂੰ ਚਾਹੀਦਾ ਸਾਡੀ ਖਬਰਸਾਰ ਲਵੇ, ਸਾਨੂੰ ਪੁੱਛੇ, ਸਾਡਾ ਜਿਹੜਾ ਬਣਦਾ ਹੱਕ ਉਹ ਸਾਨੂੰ ਦੇਵੇ। ਮੈਂ ਇੱਥੇ ਇਹ ਵੀ ਮੈਂਸ਼ਨ ਕਰਦਾ ਇੱਕ ਚੀਜ਼ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂ ਕਿ ਇਸ ਏਰੀਆ ਦੇ ਵਿੱਚ ਡੇਅਰੀ ਫਾਰਮਰਸ ਬਹੁਤ ਨੇ, ਇਸ ਏਰੀਆ ਵਿੱਚ ਪੋਲਟਰੀ ਫਾਰਮ ਵੀ ਬਹੁਤ ਨੇ। ਭਾਵੇਂ ਸਾਡੇ ਜਿਹੜੇ ਪੰਜਾਬੀ ਫਾਰਮਰਸ ਨੇ ਉਹ ਜ਼ਿਆਦਾ ਬਲੂਬੈਰੀ, ਰਸਬੈਰੀ ਜਾਂ ਹੋਰ ਫਰੂਟ ਕ੍ਰੌਪਸ, ਸਬਜ਼ੀਆਂ ਉਹ ਗਰੋ ਜ਼ਿਆਦਾ ਕਰਦੇ ਨੇ, ਪਰ ਡੇਅਰੀ ਫਾਰਮ ਦੇ ਵਿੱਚ, ਪੋਲਟਰੀ ਦੇ ਵਿੱਚ ਜਾਨਵਰਾਂ ਦਾ ਨੁਕਸਾਨ ਵੀ ਬੜਾ ਹੋਇਆ। ਉਹਦੇ ਵਿੱਚ ਹਜ਼ਾਰਾਂ ਬਰਡਸ ਤੇ ਹਜ਼ਾਰਾਂ ਦੂਜੇ ਐਨੀਮਲਸ ਨੇ ਜਿਹੜੇ, ਉਹਨਾਂ ਦੇ ਉੱਤੇ ਵੀ ਫਰਕ ਪਿਆ। ਪਾਣੀ ਦੇ ਵਿੱਚ ਖੜੇ ਨੇ, ਪਾਣੀ, ਫੂਡ ਉਹਨਾਂ ਕੋਲ ਨਹੀਂ ਹੈ, ਸੇਫ ਜਗ੍ਹਾ 'ਤੇ ਉਹਨਾਂ ਨੂੰ ਨਹੀਂ ਪਹੁੰਚਾਇਆ ਗਿਆ। ਹੁਣ ਦੁੱਧ ਦੀ ਸ਼ਾਰਟੇਜ ਹੋ ਸਕਦੀ ਹੈ ਮਾਰਕੀਟ ਦੇ ਵਿੱਚ, ਆਂਡਿਆਂ ਦੀ ਸ਼ਾਰਟੇਜ ਹੋ ਸਕਦੀ ਹੈ, ਪੋਲਟਰੀ ਮੀਟ ਦੀ ਸ਼ਾਰਟੇਜ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਫਸਲਾਂ ਨੇ, ਫਰੂਟਸ ਨੇ, ਉਹਨਾਂ ਦੀ ਸ਼ਾਰਟੇਜ ਹੋ ਸਕਦੀ ਹੈ। ਇਹਨਾਂ ਦੇ ਉੱਤੇ ਸਪਲਾਈ ਚੇਨ ਦੇ ਉੱਤੇ ਗੰਭੀਰ ਅਸਰ ਪੈਣ ਦੇ ਆਸਾਰ ਨੇ। ਪਰ ਦੂਸਰੇ ਪਾਸੇ ਲੋਕਾਂ ਨੂੰ ਇਹ ਸੁਚੇਤ ਕੀਤਾ ਜਾਂਦਾ ਕਿ ਘਰੇ ਜਾ ਕੇ ਸਟੋਰ ਕਰਨ ਦੀ ਲੋੜ ਨਹੀਂ। ਜਿਹੜੇ ਚੀਜ਼ਾਂ ਦੁੱਧ ਵਗੈਰਾ ਨੇ 5-10 ਦਿਨ ਦੇ ਵਿੱਚ ਇਹਨਾਂ ਦੀ ਸਪਲਾਈ ਜਿਹੜੀ ਨਾਰਮਲ ਕੀਤੀ ਜਾਣ ਦੇ ਆਸਾਰ ਨਜ਼ਰ ਆ ਰਹੇ ਨੇ। ਭਾਵੇਂ ਗੌਰਮੈਂਟ ਨੇ ਇਹ ਵੀ ਕਿਹਾ ਕਿ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਹੈ ਕਿ 30 ਲੀਟਰ ਤੋਂ ਵੱਧ ਕੋਈ ਪੈਟਰੋਲ ਨਹੀਂ ਲੈ ਸਕਦਾ ਜਾਂ ਹੋਰ ਚੀਜ਼ਾਂ ਨਹੀਂ ਲੈ ਸਕਦੇ। ਘਰੇ ਹੋਰਡਿੰਗ ਕਰਨ ਦੀ ਜ਼ਰੂਰਤ ਨਹੀਂ, ਜੇ ਤੁਸੀਂ 4 ਆਂਡੇ ਹੀ ਖਾਣੇ ਨੇ ਤਾਂ ਘਰੇ 48 ਆਂਡੇ ਨਾ ਲੈ ਕੇ ਆਓ।
ਜੇ ਤੁਸੀਂ 2 ਬੋਤਲਾਂ 2 ਗੈਲਨ ਹੀ ਦੁੱਧ ਦੇ ਯੂਜ਼ ਕਰਨੇ ਆ ਤਾਂ 24 ਨਾ ਲੈ ਕੇ ਆਓ। ਪਰ ਦੂਸਰੇ ਪਾਸੇ ਜਿੱਥੇ ਗਵਰਨਮੈਂਟ ਨੇ ਇਹ ਅਨਾਉਂਸਮੈਂਟਾਂ ਕੀਤੀਆਂ ਨੇ, ਉਹਨਾਂ ਨੇ ਫਾਰਮਰਸ ਦਾ ਲਾਸ ਅਸੈਸ ਕਰਨ ਦੇ ਲਈ, ਫਾਰਮਰ ਦੀਆਂ ਮੁਸੀਬਤਾਂ ਨੂੰ ਟੈਕਲ ਕਰਨ ਦੇ ਲਈ ਕੋਈ ਖਾਸ ਸਟੇਟਮੈਂਟ ਨਹੀਂ ਦਿੱਤੀ। ਮੈਂ ਗੁਜ਼ਾਰਿਸ਼ ਕਰੂੰਗਾ ਜਾਂ ਇਹ ਉਮੀਦ ਕਰੂੰਗਾ ਕਿ ਸਾਡੀਆਂ ਗਵਰਨਮੈਂਟਸ ਨੇ ਜਿਹੜੀਆਂ ਉਹ ਫਾਰਮਰਸ ਨੂੰ ਕੰਸਲਟ ਕਰਨ ਅਤੇ ਫਾਰਮਰਸ ਦੀਆਂ ਜਿਹੜੀਆਂ ਮੂੰਹ ਦੱਸੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਐਡਰੈਸ ਕਰਨ, ਚਾਹੇ ਉਹ ਇੰਸ਼ੋਰੈਂਸ ਨਾਲ ਰਿਲੇਟਡ ਨੇ ਜਾਂ ਉਹਨਾਂ ਦੇ ਮੋਰਾਲ ਦੇ ਨਾਲ ਰਿਲੇਟਡ ਨੇ ਜਾਂ ਉਹਨਾਂ ਦੇ ਫਿਊਚਰ ਲਾਸ ਬਾਰੇ ਰਿਲੇਟਡ ਨੇ ਜਾਂ ਉਹਨਾਂ ਨੂੰ ਰੀਅਸ਼ੋਰੈਂਸ ਕਰਨ ਦੀ ਲੋੜ ਹੈ। ਮੇਰਾ ਖਿਆਲ ਹੈ ਕਿ ਗਵਰਨਮੈਂਟਾਂ ਨੂੰ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਲੈ ਕੇ ਸਾਹਮਣੇ ਆਉਣਾ ਚਾਹੀਦਾ, ਜਿਹਦੇ ਨਾਲ ਸਮੁੱਚੇ ਤੌਰ 'ਤੇ ਸਮੁੱਚੀਆਂ ਪ੍ਰੋਬਲਮਾਂ ਨੂੰ ਵੀ ਐਡਰੈਸ ਕੀਤਾ ਜਾਵੇ। ਧਾਲੀਵਾਲ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਕਿਹੜੇ ਇਸ਼ੂਜ਼ ਨੇ, ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਗਵਰਨਮੈਂਟ ਨੂੰ ਇਹਦੇ ਬਾਰੇ ਸੋਚ ਕੇ ਵਿਚਾਰ ਕੇ ਤੇ ਬਹੁਤ ਮਦਦ ਵੀ ਕਰਨੀ ਚਾਹੀਦੀ ਹੈ। ਬਾਕੀ ਜਿਹੜੀ ਇਹ ਜੇ ਥੋੜਾ ਜਿਹਾ ਅਟੈਂਸ਼ਨ ਪੇ ਕਰਦੀ ਸਿਟੀ ਜਾਂ ਜਿਹੜੀ ਇਹ ਮਿਲਟਰੀ ਆਈ ਹੈ, ਇਹ ਕਹਿੰਦੇ ਸੀ ਵੀ 100 ਬੰਦਾ ਆਇਆ ਪਹਿਲਾਂ ਤੇ ਸਾਡਾ ਵੀ 1000 ਔਨ ਸਟੈਂਡ ਆ, ਸਟੈਂਡ ਬਾਈ ਹੈ, ਪਰ ਉਹ ਸਟੈਂਡ ਬਾਈ ਦਾ ਤਾਂ ਸਾਨੂੰ ਕੋਈ ਅਸਰ ਨਹੀਂ ਹੋਇਆ ਵੀ ਉੱਥੇ ਐਡਮਿੰਟਨ ਬੈਠਾ। ਤੁਹਾਡੇ ਫਾਰਮਾਂ 'ਚ ਕੋਈ ਫੌਜੀ ਆਏ ਨੇ ਤੁਹਾਡੀ ਮਦਦ? ਨਹੀਂ, ਸਾਡੇ ਫਾਰਮਾਂ 'ਚ ਸਾਡੇ ਕਿਸੇ ਨੇ ਨੌਕ ਨਹੀਂ ਕਰਿਆ ਪਹਿਲਾਂ, ਕਿਉਂ ਸਾਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਸੀਗੀ ਕਿ ਸਾਡਾ ਇੱਕ ਰਿਸ਼ਤੇਦਾਰ ਆ ਉਹ ਪੁਲਿਸ 'ਚ ਹੈਗਾ ਇੱਥੇ, ਤੇ ਉਹ ਦੱਸਦਾ ਰਹਿੰਦਾ ਸੀਗਾ ਵੀ ਉਹਦੀ ਡਿਊਟੀ ਵੀ ਸੂਮਾਸ ਵੇਸ 'ਤੇ ਹੀ ਸੀਗੀ ਵੀ ਪਾਣੀ ਇੰਨਾ ਆ ਰਿਹਾ ਵੀ ਹੁਣ ਤੁਸੀਂ ਨਿਕਲ ਜਾਓ ਇੱਥੋਂ। ਮੈਂ ਕਿਹਾ ਯਾਰ ਪਾਣੀ ਵੀ ਸਾਡੇ ਤਾਂ ਹਜੇ ਫੁੱਟ ਪਾਣੀ ਆ ਵੀ 6 ਫੁੱਟ ਘਰ ਉੱਚਾ ਨਹੀਂ ਆ ਸਕਦਾ। ਡਾਈਕ ਦੇ ਉੱਤੋਂ ਪਾਣੀ ਓਵਰਫਲੋ ਹੋ ਰਿਹਾ ਸੀ। ਸੰਡੇ ਰਾਤ ਨੂੰ, ਮੰਡੇ ਤੇ ਟਿਊਜ਼ਡੇ ਮਾਰਨਿੰਗ ਤੱਕ ਡਾਈਕ ਟੁੱਟੀ ਆ ਆਪਣੇ 2:30 ਵਜੇ ਟਿਊਜ਼ਡੇ ਨੂੰ। ਜਦੋਂ ਉਹਦੇ 'ਤੇ ਜੇ ਤੁਸੀਂ ਇਹ ਇਹਨਾਂ ਦਾ ਕੋਈ ਗਾਰਡ ਨਹੀਂ ਸੀਗਾ, ਕੋਈ ਉੱਥੇ ਡਿਊਟੀ ਨਹੀਂ ਸੀ ਕਰਦਾ, ਆਮ ਬੰਦਾ ਕੋਈ ਜਾਂਦਾ ਸੀ ਤਾਂ ਉੱਥੋਂ ਮੂਵੀਆਂ ਬਣਾ ਕੇ, ਮੇਰੇ ਕੋਲ ਕੈਮਰੇ 'ਚ ਮੂਵੀਆਂ ਹੈਗੀਆਂ ਭੇਜੀਆਂ ਵੇ ਕਿਸੇ ਦੀਆਂ, ਤੇ ਉਹ ਡਾਈਕ ਦੇ ਉੱਤੋਂ ਦੀ ਤਕਰੀਬਨ ਅੱਧਾ ਪੌਣਾ ਫੁੱਟ ਪਾਣੀ ਵਗਦਾ ਸੀ। ਜੇ ਉਹਦੇ 'ਤੇ ਥੋੜ੍ਹੀ ਗ੍ਰੈਵਲ ਪਾ ਕੇ ਉਹਨੂੰ ਰੋਕਿਆ ਜਾਂਦਾ ਜਾਂ ਉੱਥੇ ਪੰਪ ਲਾ ਕੇ ਪਾਣੀ ਚਾਹੇ ਸਾਡੇ ਬੰਨੇ ਨੂੰ ਕੱਢਿਆ ਜਾਂਦਾ, ਕਿਉਂਕਿ ਇਹ ਕਹਿੰਦੇ ਸੀ ਨਾ ਫਰੇਜ਼ਰ ਰਿਵਰ ਓਵਰਫਲੋ ਆ ਸਾਡੇ ਨੂੰ। ਹੁਣ ਜਿਹੜਾ ਜਦੋਂ ਉਹ ਬੰਨ ਟੁੱਟਿਆ, ਉਹ ਪਾਣੀ 1.5 ਕਿਲੋਮੀਟਰ 'ਤੇ ਆ ਕੇ ਪਹਿਲੀ ਛੱਲ ਦਿਸੀ ਹੈ ਲੋਕਾਂ ਨੂੰ। ਸਾਤੋਂ ਉਹ ਤਕਰੀਬਨ 6 ਕਿਲੋਮੀਟਰ 'ਤੇ ਹੈ। 2:30 ਵਜੇ ਟੁੱਟਿਆ ਤੇ 4:15 ਤੇ ਪਾਣੀ ਇਹਦਾ ਖੇਤ ਮੇਰਾ ਖੇਤ ਸਾਹਮਣੇ ਮੈਂ ਘਰ ਆ ਤੇ ਅਸੀਂ ਵਿੰਡੋ 'ਚ ਬਾਤ ਕਰਦੇ ਹਾਂ। ਉੱਥੋਂ ਆ ਕੇ ਜਦੋਂ ਨੰਬਰ 5 ਟੱਪਿਆ ਪਾਣੀ, ਸਾਨੂੰ ਟਰੱਕ ਆਉਂਦੇ ਸੀ, ਮੈਂ ਕਿਹਾ ਵੀ ਪਾਣੀ ਟਰੱਕਾਂ ਦੇ ਟਾਇਰਾਂ ਨੂੰ ਲੱਗਦਾ। ਮੁੰਡਾ ਮੇਰਾ ਮੈਨੂੰ ਕਹਿੰਦਾ ਡੈਡੀ ਪਾਣੀ ਆ ਗਿਆ ਤਾਂ ਆਪਾਂ ਨਿਕਲੀ। ਉਹ ਇੰਨੀ ਗੱਲ ਕਹਿੰਦੇ ਉਹਦਾ ਸਮਾਨ 'ਚ ਇੱਕੋ ਅਸੀਂ ਆਪਣਾ ਛੂਟ ਪਾਇਆ, ਇੱਕ ਮੈਨੂੰ ਪਜਾਮਾ ਲੱਭਿਆ ਰਾਤ ਵਾਲਾ ਪਾਉਣ ਵਾਲਾ, ਉਹ ਲੈ ਕੇ ਤੇ ਅਸੀਂ ਚਲੇ ਗਏ। ਤੇ ਮੈਂ ਤੁਹਾਨੂੰ ਇੱਥੇ 1 ਮਿੰਟ ਰੋਕਦਾ। 2018 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਵਾਰਨਿੰਗ ਸਿਸਟਮ ਇੰਟਰੋਡਿਊਸ ਕੀਤਾ ਗਿਆ, ਜਿਹੜਾ ਕਿ ਪ੍ਰੋਵਿੰਸਿਸ ਯੂਜ਼ ਕਰ ਸਕਦੇ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਤੱਕ ਸਿਰਫ ਇੱਕੋ ਵਾਰ ਉਹ ਵਾਰਨਿੰਗ ਸਿਸਟਮ ਯੂਜ਼ ਕੀਤਾ ਗਿਆ, ਇਸ ਮੰਗਲਵਾਰ ਨੂੰ। ਉਹਦੇ ਨਿਸਬਤ ਓਨਟਾਰੀਓ ਦੇ ਵਿੱਚ 200 ਵਾਰੀ ਯੂਜ਼ ਕੀਤਾ ਗਿਆ ਵਾਰਨਿੰਗ ਸਿਸਟਮ, ਈਵਨ ਐਂਬਰ ਅਲਰਟ ਦੇ ਲਈ ਵੀ। ਅਲਬਰਟਾ ਦੇ ਵਿੱਚ 81 ਵਾਰੀ, ਸਸਕੈਚੁਆਨ ਦੇ ਵਿੱਚ 101 ਵਾਰੀ, ਬ੍ਰਿਟਿਸ਼ ਕੋਲੰਬੀਆ 'ਚ ਸਿਰਫ 1 ਵਾਰੀ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜੇ ਵਾਰਨਿੰਗ ਸਿਸਟਮ ਬ੍ਰਿਟਿਸ਼ ਕੋਲੰਬੀਆ 'ਚ ਯੂਜ਼ ਕੀਤਾ ਜਾਂਦਾ, ਤੁਹਾਨੂੰ ਕੁਝ ਘੰਟੇ ਪਹਿਲਾਂ ਵਾਰਨ ਕੀਤਾ ਜਾਂਦਾ ਜਾਂ 1 ਅੱਧਾ ਦਿਨ ਪਹਿਲਾਂ ਵਾਰਨ ਕੀਤਾ ਜਾਂਦਾ, ਜਾਂ ਕੋਈ ਵੀ ਸਮਾਂ ਇਨਸੀਡੈਂਸ ਹੋਣ ਤੋਂ ਪਹਿਲਾਂ ਵਾਰਨ ਕੀਤਾ ਜਾਂਦਾ, ਕੀ ਤੁਹਾਡਾ ਉਹਦੇ 'ਤੇ ਫਰਕ ਪੈਣਾ ਸੀ ਉਹਦੇ ਨਾਲ? ਤੁਹਾਨੂੰ ਬਿਲਕੁਲ ਪੈਂਦਾ ਸੀ। ਜੇ ਤੁਸੀਂ ਪੁਲਿਸ ਵੀ ਉਦੋਂ ਰੋਡਾਂ ਕਲੀਅਰ ਸੀ ਸਾਰੀਆਂ, ਉੱਤੇ ਪੁਲਿਸ ਆਪਦਾ ਹਾਰਨ ਮਾਰ ਕੇ ਤੇ ਲੋਕਾਂ ਨੂੰ ਆਪਣਾ ਰੇਡੀਓ ਫੋਨ ਤੇ ਵਾਰਨ ਕਰ ਸਕਦੀ ਸੀਗੀ, ਕਿਉਂਕਿ ਜਦੋਂ ਪੁਲਿਸ ਵਾਰਨ ਕਰਦੀ ਹੈ ਫਿਰ ਪਤਾ ਹੁੰਦਾ ਵੀ ਹੁਣ ਸਿਚੁਏਸ਼ਨ ਡੇਂਜਰਸ ਹੈ, ਖਰਾਬ ਹੋਣ ਵਾਲੀ ਹੈ। ਫਿਰ ਉਦੋਂ ਈਵਨ ਅਸੀਂ ਚੱਕ ਕੇ ਸਮਾਨ ਵੀ ਉੱਪਰਲੀ ਛੱਤ ਤੇ ਰੱਖ ਸਕਦੇ ਸੀਗੇ, ਘਰੇ ਹੀ ਸੀ ਅਸੀਂ ਸਾਰੇ ਜਾਣੇ। ਤੇ ਪਰ ਇਹਨਾਂ ਦਾ ਕੁਛ ਨਹੀਂ, ਸਾਡੇ ਕਿਸੇ ਨੇ ਨੌਕ ਨਹੀਂ ਕੀਤਾ, ਪੁਲਿਸ ਵਾਲਿਆਂ ਨੇ ਕਈਆਂ ਦੇ ਘਰੇ ਕੀਤਾ ਸੁਣਿਆ ਸੀ, ਪਰ ਸਾਡੇ ਕੋਈ ਨਹੀਂ ਆਇਆ। ਤੇ ਨਾ ਉੱਥੋਂ ਦੀ ਕੋਈ ਰੋਡ ਤੋਂ ਦੀ ਪੁਲਿਸ ਲੰਘੀ ਹੈ। 4 ਵਜੇ ਤੱਕ ਸਾਰੀਆਂ ਰੋਡਾਂ ਕਲੀਅਰ ਸੀ। 4:20 ਤੇ ਪਾਣੀ ਨੰਬਰ 5 ਰੋਡ ਤੇ ਉੱਥੋਂ ਆਇਆ। ਹੋ ਸਕਦਾ 20-25 ਮਿੰਟ ਜਿਹੜੀ ਮਗਰਲੀ ਨੰਬਰ 4 ਰੋਡ ਆ ਉਹ ਤੇ ਆਇਆ ਹੋਵੇ। ਮੈਨੂੰ ਇਹ ਤਾਂ ਲੱਗ ਰਿਹਾ ਦਿਲ ਸਾਹਿਬ ਤੁਸੀਂ ਕੁਝ ਬਾਕੀ ਜੀ ਮੈਂ ਇਹ ਕਹਿਣਾ ਚਾਹੁੰਦਾ, ਇਹ ਤਾਂ ਦਿਨ ਦੀ ਘਟਨਾ ਹੋ ਗਈ। ਜੇ ਇਹੀ ਘਟਨਾ ਰਾਤ ਨੂੰ ਵਾਪਰੀ ਹੁੰਦੀ, ਕਿੰਨੇ ਲੋਕ ਸੁੱਤੇ ਪਿਆਂ ਦੇ, ਕਿਉਂਕਿ ਜਦੋਂ ਪਾਣੀ ਆ ਰਿਹਾ ਸੀ ਨਾ ਖੜਕਾ ਕਰਦਾ ਸੀ, ਪਾਣੀ ਨਾਲ ਛੱਲ ਆ ਰਹੀ ਸੀ। ਇਦਾਂ ਕੋਈ ਮਾੜ ਐ ਨਹੀਂ ਵੀ ਥੋੜਾ ਸਪੀਡ ਬਹੁਤ ਜ਼ਿਆਦਾ ਸੀ ਜੀ। ਤੇ ਪਲੱਸ ਅਸੀਂ ਤਾਂ ਇਹੀ ਕਹਿੰਦੇ ਆ ਵੀ ਹੁਣ ਵੀ ਜਿਹੜਾ ਟਾਈਮ ਲੰਘ ਗਿਆ
ਉਹ ਤਾਂ ਲੰਘ ਗਿਆ। ਗਾਂਹ ਵਾਸਤੇ ਜੋ ਕਰੂ ਸਰਕਾਰ, ਅਸੀਂ ਆਸ ਲਾਉਂਦੇ ਆ ਕਿ ਅਮਰੀਕਾ ਤੋਂ ਵੀ ਪਾਣੀ ਬੰਦ ਹੋਵੇ, ਜਿਹੜਾ ਅਮਰੀਕਾ ਨਹੀਂ ਆ ਰਿਹਾ ਪਾਣੀ। ਉਹ ਇੱਕ ਹੋਰ ਇਸ਼ੂ ਹੈ। ਬੇਸ਼ੱਕ ਅਸੀਂ ਟ੍ਰੇਡ ਦੇ ਲਈ, ਫਿਸ਼ਰੀਜ਼ ਦੇ ਲਈ, ਸੌਫਟਵੁੱਡ ਲੰਬਰ ਦੇ ਲਈ ਜਾਂ ਹੋਰ ਆਟੋ ਇੰਡਸਟਰੀ ਦੀਆਂ ਰਿਬੇਟਸ ਦੇ ਲਈ ਅਮਰੀਕਾ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕਿ ਸਾਡੀਆਂ ਜਿਹੜੀਆਂ ਲੋਕਲ ਸਰਕਾਰਾਂ ਨੇ, ਵਾਸ਼ਿੰਗਟਨ ਦਾ ਗਵਰਨਰ ਅਤੇ BC ਦਾ ਪ੍ਰੀਮੀਅਰ, ਮੈਂ ਇਹ ਜਾਣਨਾ ਚਾਹੂੰਗਾ ਕਿ ਸਾਡੇ ਦਰਸ਼ਕ ਵੀ ਇਸ ਚੀਜ਼ ਦੀ ਤਾਂਘ ਲਾ ਕੇ ਰੱਖਣ ਕਿ ਬ੍ਰਿਟਿਸ਼ ਕੋਲੰਬੀਆ ਦੀ ਗੌਰਮੈਂਟ ਅਤੇ ਨਾਲ ਲੱਗਦਾ ਸੂਬਾ ਵਾਸ਼ਿੰਗਟਨ ਸਟੇਟ, ਇਹਨਾਂ ਦੇ ਗਵਰਨਰ ਇਹਨਾਂ ਆਏ ਹੋਏ ਹੜ੍ਹਾਂ ਦੇ ਲਈ ਕੀ ਡਿਸਕਸ ਕਰਦੇ ਨੇ, ਕੀ ਇਹਦੇ 'ਚੋਂ ਨਿਚੋੜ ਕੱਢਦੇ ਨੇ, ਇਹਨੂੰ ਫਿਊਚਰ 'ਚ ਰੋਕਣ ਦੇ ਲਈ ਕਿਹੜੀਆਂ ਯੋਜਨਾਵਾਂ, ਕਿਹੜੀਆਂ ਪਲੈਨਸ ਇਨ ਪਲੇਸ ਕਰਕੇ ਆਉਂਦੇ ਨੇ, ਤਾਂ ਕਿ ਫਿਊਚਰ ਦੇ ਵਿੱਚ ਪ੍ਰੋਟੈਕਸ਼ਨ ਦੇ ਲਈ, ਸਿਕਿਉਰਿਟੀ ਦੇ ਲਈ ਅਤੇ ਇਸ ਸੇਫਟੀ ਦੇ ਲਈ ਕਿਸੇ ਚੀਜ਼ ਦਾ ਕੋਈ ਬੰਦੋਬਸਤ ਕੀਤਾ ਜਾਵੇ, ਕੋਈ ਖਿਆਲ ਕੀਤਾ ਜਾਵੇ। ਪਰ ਮੈਨੂੰ ਇੱਦਾਂ ਲੱਗ ਰਿਹਾ, ਮੈਂ ਜਿੰਨੀ ਕੁ ਰਿਸਰਚ ਕੀਤੀ ਹੈ, ਕਿ ਇੱਦਾਂ ਦੇ ਇਸ਼ੂਜ਼ ਦੇ ਉੱਤੇ ਅਜੇ ਤੱਕ ਇਹਨਾਂ ਗਵਰਨਮੈਂਟਾਂ ਨੇ ਕੋਈ ਧੜੱਲੇਦਾਰ ਖਾਸ ਕੋਈ ਕਨਕਲੂਜਨ ਕੱਢਣ ਵਾਲੀ ਗੱਲ ਹਜੇ ਨਹੀਂ ਕੀਤੀ। ਪਰ ਮੈਂ ਉਮੀਦ ਕਰਦਾ ਕਿ ਗੌਰਮੈਂਟਾਂ ਇਸ ਇਸ਼ੂ ਦੇ ਉੱਤੇ ਵਿਚਾਰ ਕਰਨ। ਖੇਲਾ ਸਾਹਿਬ, ਤੁਸੀਂ ਐਜ਼ ਏ ਕੰਸਲਟੈਂਟ ਤੁਸੀਂ ਕੀ ਬਿਲੀਵ ਕਰਦੇ ਹੋ ਕਿ ਗੌਰਮੈਂਟਾਂ ਨੂੰ ਕੀ ਕਰਨਾ ਚਾਹੀਦਾ, ਫਾਰਮਰਸ ਦੀਆਂ ਕੀ ਪ੍ਰੋਬਲਮਸ ਨੇ ਅਤੇ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮੈਂ ਤਾਂ ਇਹ ਜੋ ਫੀਲ ਕਰਦਾ ਵੀ ਜੋ ਇਹਨਾਂ ਜੇ ਇਹ ਪੋਸੀਬਲ ਜੋ ਹੋ ਸਕਦਾ ਸੀ ਪੋਸੀਬਲ ਜਾਂ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਅਲਟੀਮੇਟਲੀ ਕਰਨਾ ਹੀ ਪੈਣਾ ਆ, ਕਿਉਂਕਿ ਜੇ ਇਸ ਐਡੇ ਵੱਡੇ ਏਰੀਏ ਨੂੰ ਆਪਾਂ ਚਾਹੁੰਦੇ ਹਾਂ ਵੀ ਇੱਥੇ ਫਾਰਮਿੰਗ ਹੁੰਦੀ ਰਹੇ, ਤਾਂ ਅਲਟੀਮੇਟਲੀ ਜਿਹੜੀਆਂ ਸਾਰੀਆਂ ਇਹ ਡਾਈਕਸ ਹੈਗੀਆਂ ਇਹ ਪ੍ਰੋਪਰ ਮੇਨਟੇਨ ਹੋਣ, ਜਾਂ ਡਾਈਕਸ ਦੇ ਬਾਹਰਲੇ ਪਾਸੇ 100 ਫੁੱਟ ਹੋਰ ਡਾਈਕਸ ਬਣਨ, ਤਾਂ ਕਿ ਇਨ ਕੇਸ ਉਹ ਡਾਈਕ ਟੁੱਟਦੀ ਆ ਉਹਦਾ ਇੱਕ ਸੈਕੰਡ ਆਲਟਰਨੇਟ ਸਾਡੇ ਕੋਲ ਹੋਵੇ, ਉਹ ਚਾਹੇ ਉਹ ਸੂਮਸ ਹੋਵੇ ਰਿਵਰ, ਜਾਂ ਉਹ ਬੈਡਰ ਹੋਵੇ, ਤੇ ਜਾਂ ਉਧਰੋਂ ਅਮਰੀਕਾ ਵਾਲੇ ਪਾਸਿਓਂ ਹੋਵੇ। ਤੇ ਇਹ ਚੀਜ਼ਾਂ ਜਦੋਂ ਇਹ ਸਾਰਾ ਕੁਝ ਪ੍ਰੋਪਰ ਮੇਨਟੇਨ ਕਰਾਂਗੇ ਤਾਂ ਉਹਦੇ ਮੋਰ ਚਾਂਸਸ ਹੈਗਾ ਵੀ ਇਹ ਸੇਮ ਸਿਚੁਏਸ਼ਨ ਨਹੀਂ ਡਿਵੈਲਪ ਹੋਊਗੀ ਆਉਣੇ ਵਾਲੇ ਟਾਈਮ ਦੇ ਅੰਦਰ। ਮੈਂ ਇੱਕ ਹੋਰ ਪਾਸੇ ਤੁਹਾਡੀ ਸਾਰਿਆਂ ਦੀ ਜਿਹੜਾ ਧਿਆਨ ਨਾਲ ਲੈ ਕੇ ਜਾਣਾ ਚਾਹੁੰਦਾ, ਭਾਵੇਂ ਤੁਸੀਂ 5 ਫਾਰਮਰਸ ਉਸ ਏਰੀਏ 'ਚੋਂ, ਅਤੇ ਪਰ ਹੋਰ ਫਾਰਮਰਸ ਬਹੁਤ ਨੇ ਜਿਨ੍ਹਾਂ ਨੂੰ ਆਪਾਂ ਸਮੇਂ-ਸਮੇਂ 'ਤੇ ਕੰਟੈਕਟ ਕਰਦੇ ਰਹਾਂਗੇ। ਪਰ ਤੁਸੀਂ ਕੀ ਬਿਲੀਵ ਕਰਦੇ ਹੋ ਕਿ ਫਾਰਮਰਸ ਇਸ ਵੇਲੇ ਕੀ ਚਾਹੁੰਦੇ ਨੇ? ਐਨੀਵਨ? ਅਸੀਂ ਤਾਂ ਜੀ ਗੌਰਮੈਂਟ ਤੋਂ ਮਦਦ ਮੰਗਦੇ ਹਾਂ, ਫਾਈਨੈਂਸ਼ੀਅਲ ਕਿ ਜਾਂ ਸੇਫਟੀ ਜਾਂ ਅਸ਼ੋਰੈਂਸ ਫਾਰ ਫਿਊਚਰ ਜਾਂ ਇੰਸ਼ੋਰੈਂਸ? ਸੇਫਟੀ ਵੀ ਮੰਗਦੇ ਆ, ਕਿਉਂਕਿ ਇਸ ਵਾਰ ਆ ਕੇ ਚਲਿਆ ਗਿਆ, ਇਹ ਤਾਂ ਕੋਈ ਗਰੰਟੀ ਹੈ ਨਹੀਂ ਵੀ ਇਹ ਮੁੜ ਕੇ ਆਊ ਨਾ। ਹੋ ਸਕਦਾ ਵੀਕ ਨੂੰ ਹੀ ਦੁਬਾਰਾ ਆ ਜੇ, ਅਗਲੇ ਹਫਤੇ ਫੇਰ ਮੀਂਹ ਪੈਣੇ ਆ, ਕਿਉਂਕਿ ਗਾਂਹ ਵਾਲੇ 14 ਡੇ ਲਗਾਤਾਰ ਮੀਂਹ ਆ। ਇਹ ਤਾਂ ਫਿਰ ਇਹਨਾਂ ਕਹੇ ਤੇ ਤਾਂ ਸਰਨਾ ਨਹੀਂ ਵੀ ਬੰਨ ਟੁੱਟ ਗਿਆ ਜੀ। ਓਕੇ, ਲੈਟਸ ਪੁੱਟ ਇਟ ਦਿਸ ਵੇ, ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ। ਸ਼ਾਰਟ ਟਰਮ ਦੇ ਲਈ ਤੁਸੀਂ ਕੀ ਚਾਹੁੰਦੇ ਹੋ, ਲੌਂਗ ਟਰਮ 'ਚ ਕੀ ਚਾਹੁੰਦੇ ਹੋ? ਸ਼ਾਰਟ ਟਰਮ 'ਚ ਤਾਂ ਜੀ ਹੁਣ ਅਸੀਂ ਫਾਈਨੈਂਸ਼ਲੀ ਮੰਗਦੇ ਹਾਂ ਹੈਲਪ, ਇਸ ਟਾਈਮ ਫਾਈਨੈਂਸ਼ਲੀ ਹੋਵੇ, ਤੇ ਲੌਂਗ ਟਰਮ ਦੇ ਵਿੱਚ ਤੇ ਇਹਨੂੰ ਸੇਫਟੀ ਇਸ਼ੂ ਮੰਨਿਆ ਜਾਵੇ। ਓਕੇ ਮਾਨਵ ਸਾਹਿਬ? ਹਾਂਜੀ ਬਿਲਕੁਲ। ਹੁਣ ਮੈਂ ਤੁਸੀਂ ਕਹਿੰਦੇ ਸੀ ਕਿ ਵਾਰਨਿੰਗ ਨਹੀਂ ਦਿੱਤੀ ਜੀ, ਸਵੇਰੇ ਪੁਲਿਸ ਵਾਲਾ ਆਇਆ ਮੇਰੇ ਕੋਲ 6 ਵਜੇ, ਕਹਿੰਦਾ ਵੀ ਵਾਰਨ ਕਰਨ ਆਇਆ ਮੈਂ ਤੁਹਾਨੂੰ ਵਰਬਲੀ। ਹਾਂਜੀ, ਕਹਿੰਦਾ ਇੱਕ ਲੈਟਰ ਵੀ ਦੇ ਕੇ ਗਿਆ, ਕਹਿੰਦਾ ਵਾਰਨਿੰਗ ਆ ਤੁਹਾਨੂੰ ਕਰਨਾ ਪੈਣਾ, ਖਾਲੀ ਜਾਂ ਪੈ ਸਕਦਾ ਕਹਿ ਉਹਨੇ ਕਿਹਾ ਕਰਨਾ। ਹਾਂ, ਇਹ ਤਾਂ ਲਿਖਿਆ ਮੇਰੇ ਕੋਲ ਘਰੇ ਲੈਟਰ ਪਈ ਜਿਹੜੀ ਦੇ ਕੇ ਗਿਆ। ਦੇਖੋ ਕੋਈ ਵੀ ਬੰਦਾ ਜਦ ਤੱਕ ਉਹਨੂੰ ਪਤਾ ਨਾ ਹੋਵੇ ਨਾ ਵੀ ਮੈਂ ਇੱਥੇ ਡੇਂਜਰ ਆ, ਹੁਣ ਮੈਂ ਉਦੋਂ ਨਿਕਲਦਾ ਐਂਡ ਤੇ ਆ ਕੇ, ਹੈ ਨਾ, ਕੋਈ ਘਰ ਛੱਡ ਕੇ ਨਹੀਂ ਜਾਂਦਾ। ਹਾਂ, ਬਾਈ ਦਾ ਵੇ ਜਿਹੜਾ ਮੈਂ ਵਾਰਨਿੰਗ ਸਿਸਟਮ ਕਹਿੰਦਾ ਉਹ ਬ੍ਰੌਡਰ ਹੈਗਾ ਵਾਰਨਿੰਗ ਸਿਸਟਮ। ਤੁਹਾਨੂੰ ਦੱਸਣਾ ਪਿਆ ਵੀ ਹਾਂ ਭਾਈ ਸਾਹਿਬ ਤੁਸੀਂ 100% ਖਤਰੇ 'ਚ, ਹੁਣ ਆ ਵੀ ਟੁੱਟ ਸਕਦਾ, ਆ ਵੀ ਟੁੱਟ ਸਕਦਾ, ਫਿਰ ਬੰਦਾ ਸੋਚਦਾ ਵੀ ਹਾਂ ਮੈਂ ਹੁਣ ਘਰ ਛੱਡਾਂ, ਹੈ ਨਾ। ਇੰਨੀ ਛੇਤੀ ਵੀ ਕਰ ਸਕਦਾ। ਜੇ ਤੁਸੀਂ ਕੀ ਸੋਚਦੇ ਹੋ ਫਾਰਮਰ ਕੀ ਚਾਹੁੰਦੇ ਹੁਣ ਰਾਈਟ ਵੇ? ਦੇਖੋ ਜੀ, ਫਾਰਮਰ ਚਾਹੁੰਦੇ ਆ ਵੀ ਸਾਡਾ ਜਿਹੜਾ ਪਾਣੀ ਹੈ ਨਾ ਪਹਿਲਾਂ ਹੀ ਨੰਬਰ ਤੇ ਇਹ ਵਿੱਚੋਂ ਨਿਕਲੇ ਖੇਤਾਂ ਦੇ, ਇਹਨੂੰ ਇਹ ਪੰਪ ਕਰਨ ਕਿਸੇ ਪਾਸੇ ਵੀ ਕਰਨੇ, ਕਿਸੇ ਰਿਵਰ 'ਚ ਸਿੱਟਣ, ਕਿਤੇ ਸਿੱਟਣ, ਦੇਖੋ ਇਹਨਾਂ ਕੋਲ, ਤਾਂ ਕਿ ਤੁਹਾਡੀ ਫਸਲ ਖਰਾਬ ਨਾ ਹੋਵੇ। ਦੇਖੋ ਬੜਾ ਇਸ਼ੂ ਤਾਂ ਫਸਲ ਦਾ ਹੀ ਹੈ ਜੀ, ਪਲਾਂਟਾਂ ਦਾ ਜੀ ਮੇਨ ਕਾਰਨ ਤਾਂ ਪਲਾਂਟ ਨਾ ਡੈਡ ਹੋਵੇ। ਜੇ ਪਲਾਂਟ ਹੀ ਮਰ ਗਿਆ ਸਾਤੋਂ ਤਾਂ ਲਾਭ ਨਹੀਂ ਹੋਣੀ। ਬੇਸ਼ੱਕ ਦੀ ਗਵਰਨਮੈਂਟ ਸਾਨੂੰ ਫਾਈਨੈਂਸ਼ਲੀ ਹੈਲਪ ਕਿੰਨੇ ਪੈਸੇ ਦੇ ਦੂ ਜੀ, ਫਿਰ ਕਿੰਨੇ ਪੈਸੇ ਸਾਨੂੰ ਦੇ ਦੂਗੀ। ਅੱਜ ਜਿਹੜਾ 10 ਤੋਂ 12 ਸਾਲ ਦਾ ਪਲਾਂਟ ਜਵਾਕਾਂ ਵਾਂਗੂ ਪਾਲਿਆ ਹੋਇਆ, ਤੇ ਤੁਹਾਡੇ ਸਾਹਮਣੇ ਸੇਮ ਲਾਈਕ ਬੱਚੇ ਆ ਜੀ ਸਾਡੇ ਤਾਂ। ਦਿਓਲ ਸਾਹਿਬ, ਧਾਲੀਵਾਲ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ? ਇਹ ਜੇ ਸਾਨੂੰ ਅੱਜ ਗਵਰਨਮੈਂਟ ਇਹ ਹੈਲਪ ਕਰਦੀ ਹੈ ਟੈਕਨੀਕਲੀ, ਉਹ ਕਹਿਣ ਅਸੀਂ ਤੁਹਾਨੂੰ ਪਲਾਂਟਾਂ ਦੇ ਪੈਸੇ ਦਿੰਦੇ ਆ, ਤੁਸੀਂ ਇਹਨੂੰ ਕਰ ਲਓ। ਇਸ ਜਿਹੜੀ ਅੱਜ ਸਾਡੀ ਪੋਜੀਸ਼ਨ ਆ, ਸਾਨੂੰ 10 ਸਾਲ ਲੱਗ ਜਾਣਗੇ ਉਹਦੇ ਤੇ ਆਉਣ ਨੂੰ। ਜਿਹੜਾ 10 ਸਾਲ ਆ, ਅਸੀਂ 10 ਸਾਲ ਸਾਨੂੰ ਪੱਲਿਓਂ ਪੈਸੇ ਪਾ ਕੇ ਉਹਦੀ ਟੇਕ ਕੇਅਰ ਕਰਨੀ ਪੈਣੀ ਹੈ। ਪਲੱਸ ਸਾਡੀਆਂ ਪੇਮੈਂਟਾਂ ਹੈਗੀਆਂ, ਉਹ ਤਾਂ ਕੰਟੀਨਿਊ ਬੈਂਕ ਨੇ ਤਾਂ ਸਾਨੂੰ ਕਹਿਣਾ ਨਹੀਂ ਗਾ ਵੀ ਤੁਹਾਡੀ ਬੇਰੀ ਹੈ ਨਹੀਂ, ਤੁਸੀਂ ਪੇਮੈਂਟ ਨਾ ਦਿਓ। ਉਹਦੇ ਵਿੱਚ ਜੇ ਸਾਨੂੰ ਲੌਂਗ ਟਰਮ ਲਈ ਸਾਨੂੰ ਉਹਦੇ ਕੋਈ ਪ੍ਰੋਟੈਕਸ਼ਨ ਚਾਹੀਦੀ ਹੈ,
ਚਾਹੇ ਜੇ ਸਾਡੀ ਅੱਜ ਬੇਰੀ ਪਲਾਂਟ ਫਿਨਿਸ਼ ਹੁੰਦੇ ਆ, ਜੇ ਤਾਂ ਇਹ ਪਾਣੀ ਕੱਢ ਲੈਣਾ, ਜਿੰਨੀ ਕੁ ਸਾਨੂੰ ਨੌਲੇਜ ਆ, ਸਾਨੂੰ ਐਂ ਲੱਗਦਾ ਵੀ ਸਾਡੀ ਬੇਰੀ ਬਚ ਜੂਗੀ। ਅੱਛਾ, ਹਾਂਜੀ, ਵੀ ਇਹਨਾਂ ਨੇ ਕਿੰਨੇ ਦਿਨ ਜੇ ਪਾਣੀ ਖੜਾ ਰਵੇ ਤਾਂ ਪਰ ਵੀਕ ਦੇ ਵਿੱਚ ਪਾਣੀ ਨਿਕਲ ਜੇ ਅਗਲੇ ਹਫ਼ਤੇ ਦੇ ਵਿੱਚ? ਵਿੱਚ ਹਾਂਜੀ। ਜੇ ਹੁਣ ਵੀਕ ਤੋਂ ਵੱਧ, ਚਾਹੇ ਉਹ ਹੁਣ ਇਸ ਟਾਈਮ ਸਲੀਪ ਚ ਆ ਪਲਾਂਟ, ਸੁੱਤਾ ਪਿਆ ਵਾ, ਹਾਂਜੀ, ਤੇ ਚਲੋ ਖੈਰ ਪ੍ਰੋਡਕਸ਼ਨ ਤਾਂ ਘਟਣੀ ਇਹ ਚ ਕੋਈ ਦੋ ਰਾਹਾਂ ਨਹੀਂ, ਆਕਸੀਜਨ ਨਹੀਂ ਪਲਾਂਟ ਨੂੰ ਮਿਲ ਰਹੀ, ਪਲਾਂਟ ਡੁੱਬਿਆ ਪਿਆ ਵਾ, ਸੇਮ ਇਨਸਾਨ ਵਾਲਾ ਕੰਮ ਹੀ ਆ ਪਲਾਂਟ ਵੀ, ਜੇ ਮੰਨਣਾ ਤੁਸੀਂ। ਤੇ ਜੇ ਪਾਣੀ ਨਿਕਲ ਜਾਂਦਾ, ਫੀਲਡ ਕਲੀਨ ਹੋ ਜਾਂਦਾ, ਫਿਰ ਵੀਕ ਦੇ ਬਾਅਦ ਫਿਰ ਖੇਲਾ ਸਾਹਿਬ ਵਾਲੀ ਗੱਲ, ਇੱਕ ਰੋਲ 'ਚ 4 ਤਰ੍ਹਾਂ ਦੀ ਪੀਐਚ ਵੀ ਹੋ ਸਕਦੀ ਆ, ਕਿਉਂਕਿ ਉਹ ਪਾਣੀ ਨਹੀਂ, ਉਹ ਤਾਂ ਇੱਕ ਕਿਸਮ ਦਾ ਕੈਮੀਕਲ ਆ, ਸਾਲਟ ਆ, ਉਹਦੇ ਵਿੱਚ ਇਨਸਾਨ ਦੀ ਸ਼ਿਟ ਵੀ ਆ, ਜਾਨਵਰਾਂ ਦੀ ਵੀ ਆ। ਤੇ ਹੁਣ ਕਹਿ ਲਓ ਵੀ ਕੋਈ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਬੈਡ ਚੀਜ਼ਾਂ, ਪਲਾਂਟ ਨੂੰ ਕਈ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਨੇ ਬੇਰੀ ਨੂੰ, ਜਿਹਦੇ ਨਾਲ ਪੀਐਚ ਹਿੱਲਦੀ ਆ। ਬਿਲਕੁਲ ਠੀਕ ਹੈ। ਧੰਨਵਾਦ ਸਾਹਿਬ, ਤੁਸੀਂ ਕੁਝ? ਹਾਂਜੀ, ਇਹ ਵੀ ਮੇਨ ਹੁਣ ਇਸ਼ੂ ਇਹੀ ਰਹਿ ਗਿਆ ਕਿ ਘਰਾਂ ਦਾ ਡੈਮੇਜ ਤਾਂ ਹੋ ਚੁੱਕਿਆ, ਜਿਹੜਾ ਹੋਣਾ ਸੀ ਹਾਂਜੀ, ਉਹ ਤਾਂ ਓਵਰ ਆ ਹੁਣ, ਤੇ ਹੁਣ ਤਾਂ ਕੁਝ ਨਹੀਂ ਕਰ ਸਕਦੇ। ਇੰਸ਼ੋਰੈਂਸ ਕਰਾ ਦਿਆ? ਹਾਂ, ਤੇ ਹੁਣ ਇਹ ਹੈ ਵੀ ਜੇ ਪਾਣੀ ਨਿਕਲਦਾ ਸਾਡਾ, ਜੇ ਸਾਡੇ ਪਲਾਂਟ ਵੱਜਦੇ ਆ, ਫੇਰ ਅਸੀਂ ਸਰਵਾਈਵ ਕਰ ਵੀ ਜਾਵਾਂਗੇ, ਵੀ ਚੱਲ ਪ੍ਰੋਡਕਸ਼ਨ 20% 30% ਘਟ ਜੂਗੀ, ਸਾਡਾ ਖਰਚਾ ਤਾਂ ਕਵਰ ਕਰੂਣਾ ਨੈਕਸਟ ਈਅਰ ਨੂੰ। ਹੁਣ ਪੇਮੈਂਟ ਤਾਂ ਸਾਡੀ ਆ ਦਸੰਬਰ 31 ਨੂੰ ਆ ਰਹੀ ਆ। ਓਕੇ, ਆਲਰਾਈਟ, ਆਪਾਂ ਇਹਨੂੰ ਸ਼ੋਅ ਨੂੰ ਸਮੇਟਦੇ ਹਾਂ। ਤੇ ਕੋਈ ਉਹ ਸਵਾਲ ਜਿਹੜੇ ਮੈਂ ਨਾ ਪੁੱਛੇ ਹੋਣ, ਜਾਂ ਕੋਈ ਇਸ਼ੂਜ਼ ਜਿਹੜੇ ਮੈਂ ਨਾ ਰੇਜ਼ ਕੀਤੇ ਹੋਣ, ਤੇ ਤੁਹਾਡੇ ਮਨ 'ਚ ਹੋਵੇ ਕਿ ਇਹ ਗੱਲ ਵੀ ਕਰਨੀ ਚਾਹੀਦੀ ਆ, ਤੁਸੀਂ ਫਰਜ਼ ਕਰ ਲਓ ਕਿ ਇਸ ਵੇਲੇ ਟੀਵੀ ਤੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ, ਉਹਨਾਂ ਦੇ ਵਿੱਚ ਤੁਹਾਡੇ ਐਗਰੀਕਲਚਰ ਦੇ ਮਿਨਿਸਟਰ ਤੇ ਹੋਰ ਜ਼ਿੰਮੇਵਾਰ ਅਧਿਕਾਰੀ ਵੀ ਦੇਖ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦਿਓਗੇ? ਦਿਓਲ ਸਾਹਿਬ। ਕਹਿਣਾ ਹੈਗਾ ਜੀ ਆਪਣਾ, ਜਿੰਨੀ ਵੀ ਛੇਤੀ ਹੋ ਸਕੇ, ਜਿਹੜਾ ਹੁਣ ਪਹਿਲਾ ਪੁਆਇੰਟ ਹੈਗਾ ਸਾਡਾ, ਜਿਵੇਂ ਆਪਾਂ ਕਿਸੇ ਡੁੱਬਦੇ ਬੰਦੇ ਨੂੰ ਬਚਾਉਂਦੇ ਆ, ਸਾਡੀ ਬੇਰੀ 'ਚੋਂ ਪਾਣੀ ਨਿਕਲਣਾ ਚਾਹੀਦਾ। ਫਿਰ ਨੈਕਸਟ ਸਟੈਪ ਉਹ ਸਾਡੇ ਘਰ ਦਾ ਕੀ ਕਰਦੇ ਆ, ਸਾਡੇ ਜਿਹੜੇ ਫਾਰਮ ਦੇ ਵਿੱਚ ਇੰਨਾ ਗਰਬੇਜ ਇਕੱਠਾ ਹੋਇਆ ਵਾ। ਹੁਣ ਮੈਂ ਘਰਾਂ ਦਾ ਕੰਮ ਕਰਦਾ ਹੈਗਾ, ਮੈਨੂੰ ਪਤਾ ਜਦੋਂ ਕੰਟੈਮੀਨੇਟ ਕੋਈ ਵੀ ਚੀਜ਼ ਹੁੰਦੀ ਆ, ਉਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਆ। ਹੁਣ ਸਾਡੇ ਕਮਿਊਨਿਟੀ ਦੇ ਵਿੱਚ ਕੀ ਹੈਗਾ ਵੀ ਜਦੋਂ ਹੀ ਸਾਡੇ ਪਾਣੀ ਨਿਕਲੂਗਾ, ਅਸੀਂ ਜਾ ਕੇ ਆਪਦੇ ਘਰ ਠੀਕ ਕਰਾਂਗੇ ਜਾਂ ਖਾਲੀ ਕਰਾਂਗੇ। ਉਹ ਸਿਟੀ ਨੂੰ ਸਾਰਿਆਂ ਨੂੰ ਕੋਈ ਗਾਈਡਲਾਈਨ ਚਾਹੀਦੀ ਹੈ ਵੀ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ, ਜਾਂ ਇਸ ਤਰੀਕੇ ਨਾਲ ਟੱਚ ਕਰ ਸਕਦੇ ਆ। ਹੁਣ ਪਤਾ ਨਹੀਂਗਾ ਉੱਥੇ ਕਿਹੜੀ ਚੀਜ਼ ਦਾ ਕੀ ਨੁਕਸਾਨ ਹੋਣਾ ਬੰਦੇ ਨੂੰ, ਕਿਹੜਾ ਕੈਮੀਕਲ ਉੱਥੇ ਇਕੱਠਾ ਹੋਇਆ ਹੈਗਾ ਨਾ, ਕਿਸੇ ਦੀ ਦਵਾਈ ਡੁੱਲੀ ਹੈ, ਕਿਸੇ ਦਾ ਤੇਲ ਡੁੱਲਿਆ ਹੈਗਾ, ਉਹ ਕੈਂਸਰ ਕਾਜ ਵੀ ਹੋ ਸਕਦਾ ਹੈਗਾ। ਹਾਂਜੀ, ਜਾਂ ਫਿਰ ਉਹ ਸਾਡੇ ਘਰਾਂ ਦੀ ਪ੍ਰੋਪਰ ਇੰਸਪੈਕਸ਼ਨ ਹੋਵੇ ਵੀ ਉਹਨਾਂ ਦੀ ਕੋਈ ਫਾਊਂਡੇਸ਼ਨ ਹਿੱਲੀ ਹੈ, ਜਾਂ ਉਹਦਾ ਮੋਇਸਚਰ ਕਿੰਨੇ ਲੈਵਲ ਤੱਕ ਗਿਆ ਹੈਗਾ, ਵੀ ਉਹ ਕਿੰਨੇ ਚਿਰ ਵਿੱਚ ਉਹ ਰਹਿਣ ਦੇ ਯੋਗ ਚੀਜ਼ਾਂ ਹੋਣਗੀਆਂ। ਜਾਂ ਹੁਣ ਜਿਵੇਂ ਅਸੀਂ ਆ, ਹੁਣ ਮੈਂ ਉਹਦੇ ਬ੍ਰਦਰ ਇਨ ਲਾ ਦੇ ਘਰੇ ਰਹਿ ਰਿਹਾ, ਮੈਨੂੰ ਤਾਂ ਕਿਸੇ ਸਿਟੀ ਨੇ ਪੁੱਛਿਆ ਕਿ ਵੀ ਤੂੰ, ਤੇਰਾ ਆਹ ਘਰ ਸੀਗਾ, ਇਹ ਬੰਦੇ ਦਾ ਫੋਨ ਨੰਬਰ ਹੈ, ਸਾਰਾ ਰੈਕਡ ਹੈ, ਜੇ ਕੋਈ ਬੰਦਾ ਕੋਈ ਸਿਟੀ ਦੇ ਵਿੱਚ ਕੋਈ ਕ੍ਰਾਈਮ ਕਰਦਾ, ਵਹਿੰਦੇ ਲੱਭ ਲੈਂਦੇ ਆ ਉਹਨੂੰ। ਇਹਨਾਂ ਨੇ ਸਾਨੂੰ ਕਿਸੇ ਨੂੰ ਅੱਜ ਤਾਈਂ ਸਾਨੂੰ ਨਹੀਂ ਫੋਨ ਆਇਆ ਵੀ ਨਾ ਵੀ ਕਿਹਦਾ ਫੋਨ ਆ, ਕੌਣ ਬੰਦਾ, ਤੂੰ ਕਿੱਥੇ ਆ, ਵੀ ਤੇਰਾ ਮਾਂ ਪਿਓ ਕਿੱਥੇ, ਤੇਰੇ ਭੈਣ ਭਰਾ ਕਿੱਥੇ ਆ। ਮਾਰਕੀਟ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਕੰਟੈਕਟ ਕੀਤਾ? ਨਹੀਂ, ਵੀ ਉਹ ਚੀਜ਼ਾਂ ਬਾਅਦ ਦੇ ਵਿੱਚ ਵੀ ਨਹੀਂ ਪੁੱਛਿਆ। ਫਿਰ ਇਹਨਾਂ ਚੀਜ਼ਾਂ ਕਰਕੇ ਸਾਨੂੰ ਇਹ ਅਸੀਂ ਕਹਿੰਦੇ ਆ, ਅੱਜ ਆਪਣਾ ਸ਼ੋਅ ਆ, ਇਹ ਗਵਰਨਮੈਂਟ ਕੋਲ ਗੱਲ ਕੱਲ੍ਹ ਨੂੰ ਪਹੁੰਚਦੀ, ਪਰਸੋਂ ਪਹੁੰਚਦੀ ਆ। ਜੇ ਹੁਣ 10 ਦਿਨ ਨੂੰ ਗੱਲ ਪਹੁੰਚੀ, ਬੇਰੀ ਉਹਨੇ ਇਹ ਸੋਚਦੇ ਆ ਵੀ ਸਾਡਾ ਪਾਣੀ ਨਿਕਲ ਰਿਹਾ। ਅਸੀਂ 2 ਵਾਰੀ ਮੈਂ ਆਪਦੇ ਘਰ 'ਚ ਜਾ ਆਇਆ ਬੋਟ ਲੈ ਕੇ, ਉੱਥੇ 8-8, 9-9 ਫੁੱਟ ਪਾਣੀ ਆ, ਉੱਥੇ ਜਾ ਕੇ ਕੋਈ ਬੰਦਾ ਹੈਲੀਕਾਪਟਰ ਨਾਲ ਦੇਖ ਸਕਦਾ। ਜਿਹੜੇ ਜਿੰਨਾ ਇਹ ਪਾਣੀ ਕੱਢ ਰਹੇ ਆ, ਸਾਡੇ ਪਾਣੀ 1 ਇੰਚ, ਸਾਨੂੰ ਇਹ ਚੀਜ਼ ਦੀ ਨਹੀਂ ਸਮਝ ਆ ਰਹੀ। ਕੱਲ 6 ਇੰਚ ਪਾਣੀ ਵਧਿਆ, ਸਾਡੇ ਘਰ ਵੱਧ ਗਿਆ, ਮੇਰੇ ਕੱਲ 6 ਇੰਚ ਪਾਣੀ ਵਧਿਆ, ਪਰ ਕਈ ਰਿਪੋਰਟਾਂ ਆਈਆਂ ਕਿ ਕੱਲ ਪਾਣੀ ਘਟਿਆ ਐਕਚੁਅਲੀ। ਨਹੀਂ ਜੀ, ਸਾਡਾ ਤਾਂ ਇਹ ਨਹੀਂ ਪਤਾ ਵੀ ਸਾਡੇ ਵਾਲਾ ਏਰੀਆ ਸਭ ਤੋਂ ਲੋ ਆ, ਕਹਿ ਲੋ ਜ਼ਮੀਨ 6.5 ਇੰਚ ਪਾਣੀ ਕੱਲ ਵਧਿਆ। ਅੱਛਾ ਜੀ। ਹਾਂਜੀ, ਤੇ ਪਲੱਸ ਮੈਂ ਇੱਕ ਚੀਜ਼ ਇਹ ਕਹਿਣੀ ਚਾਹੁੰਦਾ ਸੀਗਾ ਜੀ, ਡਿਜੀਟਲ ਮੀਟਰ ਇਹਨਾਂ ਨੇ ਪਾਵਰ ਕਾਹਤੇ ਨਹੀਂ ਆਫ ਕਰੀ, ਪਾਵਰ ਚੱਲੀ ਜਾਂਦੀ ਉੱਥੇ। ਕੋਈ ਊਂ ਤਾਂ ਇਹ ਹਰੇਕ ਚੀਜ਼ ਨੂੰ ਕਹਿ ਦਿੰਦੇ ਆ ਸੇਫਟੀ, ਤੇ ਉੱਥੇ ਸ਼ਾਰਟ ਲਾ ਕੇ ਬੰਦੇ ਦੀ ਕਿਸੇ ਦੀ ਅਸੀਂ ਹੁਣ ਦੇਖਣ ਜਾਂਦੇ ਆ, ਕਿਉਂਕਿ ਸਾਡੀ ਤਾਂ ਪ੍ਰਾਪਰਟੀ, ਅਸੀਂ ਤਾਂ ਦੇਖਣ ਜਾਣਾ, ਸਾਡਾ ਤਾਂ ਉਹਦੇ ਨਾਲ ਮੋਹ ਆ। ਜੀਵਨ ਨੂੰ ਸ਼ਾਰਟ ਲੱਗਿਆ। ਹਾਂ, ਮੈਨੂੰ ਇਹ ਪਤਾ ਲੱਗਿਆ ਜੀ ਕਿ ਤੁਸੀਂ ਉੱਥੇ ਫ੍ਰਿਜ ਡਿੱਗਿਆ ਪਿਆ ਚੱਲੀ ਜਾਂਦਾ, ਲਾਈਟਾਂ ਔਨ ਨੇ, ਬਿਜਲੀ ਦਾ ਪਾਣੀ 10। ਹਾਂਜੀ, ਮੈਂ ਆਪਣਾ ਗਰਾਜ ਖੋਲ ਕੇ ਵੈਕਿਊਮ ਚੱਲਦਾ ਸੀ ਤੁਹਾਡਾ? ਮੇਰਾ ਵੈਕਿਊਮ ਨਾਲ ਕਿੱਕ ਪੈਨ ਆਪਣੇ ਹੁੰਦੇ ਆ, ਜਿੱਥੇ ਮੈਂ ਪਹਿਲੇ ਦਿਨ ਗਿਆ, ਉਹ ਵੈਕਿਊਮ ਚੱਲੀ, ਮੈਂ ਦੇਖਿਆ ਵੀ ਮੇਰੇ ਅੰਦਰ ਕੋਈ ਖੜਕਾ ਹੋ ਰਿਹਾ ਹੈਗਾ, ਵੀ ਕੀ ਚੀਜ਼ ਹੈਗੀ ਨਾ। ਉਹ ਜਦੋਂ ਵੈਕਿਊਮ ਚੱਲ ਕੇ ਉਹ ਸੀਲਿੰਗ ਦੇ ਵਿੱਚ ਪਾਣੀ ਨਹੀਂ ਜਾ ਰਿਹਾ, ਮੈਂ ਆਪ ਬ੍ਰੇਕਰ ਆਫ ਕੀਤਾ। ਮੈਂ ਤੁਹਾਡੀ ਗੱਲ ਅੰਡਰਸਟੈਂਡ ਕਰਦਾ, ਪਰ ਮੈਂ ਇਹ ਵੀ ਮੰਨਦਾ ਕਿ ਇਹ ਐਡਮਿਨਿਸਟ੍ਰੇਟਿਵ ਚੀਜ਼ਾਂ ਨੇ, ਪਰ ਜਿਹੜਾ ਮੇਨ ਮੁੱਦਾ ਆਪਣਾ ਉਹ ਐਗਰੀਕਲਚਰ ਦਾ,
ਪਾਣੀ ਨਿਕਲ ਜੇ ਪਾਣੀ ਹਾਂ ਜੀ ਬਾਈ ਸਾਨੂੰ ਬਿਲਕੁਲ ਹਾਂਜੀ ਉਹਦਾ ਬੈਨੀਫਿਟ ਆ ਸਾਨੂੰ ਪਾਣੀ ਦਾ। ਅਦਰਵਾਈਜ਼ ਪਲਾਂਟ ਨੂੰ ਆਕਸੀਜਨ ਨਹੀਂ ਮਿਲ ਰਹੀ, ਪਲਾਂਟ ਨੇ ਤਾਂ ਫਿਰ ਇੱਕ ਦਿਨ ਖਤਮ ਹੋਣਾ ਹੀ ਆ। ਬਿਲਕੁਲ ਬਿਲਕੁਲ ਪਲਾਂਟ ਖਤਮ ਤਾਂ ਅਸੀਂ ਖਤਮ ਹੈ। ਹਾਂਜੀ ਆਈ ਅੰਡਰਸਟੈਂਡ। ਤੁਹਾਡਾ ਬੇਸਿਸ, ਤੁਹਾਡਾ ਜਿਹੜਾ ਪ੍ਰੋਡਿਊਸਿੰਗ ਐਲੀਮੈਂਟ ਹੈ ਫਾਰਮ ਦਾ, ਉਹ ਤੁਹਾਡੇ ਪਲਾਂਟਸ ਨੇ। ਠੀਕ ਹੈ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ? ਮੈਂ ਇਹ ਕਹਿਣਾ ਚਾਹੁੰਦਾ ਜੀ, ਜਦੋਂ ਹੁਣ ਇਹ ਜਿਉਂ ਹੀ ਇਹ ਪਾਣੀ ਨਿਕਲਦਾ, ਪਾਣੀ ਨਿਕਲਣ ਤੋਂ ਬਾਅਦ ਜਦੋਂ ਵੀ ਥੋੜੀ ਡਰਾਈ ਹੁੰਦੀਆਂ ਆਪਣੇ ਜਿਹੜੀਆਂ ਆਪਣੀ ਹਿਲਸ ਹੁੰਦੀਆਂ ਬਲੂਬੇਰੀ ਦੀਆਂ, ਤੇ ਉਹਨਾਂ ਦੇ ਉੱਤੇ ਤਾਂ ਕਿ ਰੂਟ ਰੋਟ ਦੀ ਪ੍ਰੋਬਲਮ ਬਹੁਤ ਆਣੀ ਆ, ਤੇ ਜਿੰਨੇ ਵੀ ਆਪਣੇ ਫਾਰਮਰ ਹੈਗੇ ਆ ਉਹ ਰੈਡੋਵਿਲ ਵਗੈਰਾ ਤੇ ਜ਼ਰੂਰ ਸਪਰੇਅ ਕਰਨ, ਤਾਂ ਕਿ ਉਹ ਜਿਹੜੀ ਰੂਟ ਰੋਟ ਜਿੰਨੀ ਕੁ ਆਪਾਂ ਉਹਨੂੰ ਪ੍ਰੀਵੈਂਟ ਕਰ ਸਕੀਏ ਉਹ ਕਰੀਏ। ਤੇ ਪਲੱਸ ਉਹਦੇ ਉੱਤੇ ਹੋਰ ਵੀ ਜਿਹੜੇ ਤਰ੍ਹਾਂ ਦੇ ਕੈਮੀਕਲ ਡਿਪੋਜ਼ਿਟ ਹੋਣੇ ਆ, ਉਹਨਾਂ ਨੇ ਹਿਲਸ ਦੇ ਉੱਤੇ ਲੇਅਰ ਬਣਾ ਦੇਣੀ ਆ। ਉਹ ਜਿਹੜੀ ਲੇਅਰ ਬਣੀ ਹੋਊਗੀ ਉਹਨੂੰ ਤੋੜਨਾ ਵੀ ਬਹੁਤ ਜ਼ਰੂਰੀ ਆ, ਤੇ ਅਦਰਵਾਈਜ਼ ਉਹ ਜਿਹੜੀ ਆਪਣੀ ਏਰੇਸ਼ਨ ਦੀ ਉਹ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਹੋ ਜਾਣੀ ਆ। ਉਹ ਪ੍ਰੋਪਰ ਆਪਾਂ ਨੂੰ ਇੱਕ ਕਾਈਂਡ ਆਫ ਰੇਕ ਕਾਈਂਡ ਆਫ ਟੂਲ ਬਣਾਉਣੇ ਪੈਣਗੇ ਬੋਥ ਸਾਈਡ, ਤਾਂ ਕਿ ਉਹਨੂੰ ਪ੍ਰੋਪਰ ਆਪਾਂ ਉਹਦੀ ਹੋਇੰਗ ਜਾਂ ਗੁਡਾਈ ਕਰ ਸਕੀਏ, ਤਾਂ ਕਿ ਉਹਦੀ ਏਰੇਸ਼ਨ ਪ੍ਰੋਪਰ ਹੋ ਜਾਵੇ, ਤਾਂ ਕਿ ਉਹਨੂੰ ਪ੍ਰੋਪਰ ਆਕਸੀਜਨ ਮਿਲਦੀ ਰਹੇ ਪਲਾਂਟਸ ਨੂੰ, ਰੂਟਸ ਨੂੰ ਖਾਸ ਕਰਕੇ। ਤੇ ਤਾਂ ਆਪਾਂ ਉਹਨੂੰ ਬਾਕੀ ਜਿਹੜੇ ਉੱਤੇ ਵੀ ਆਪਾਂ ਉਹਨੂੰ ਸਪਰੇਅ ਕਰਨੇ ਪੈਣਗੇ ਫੰਗੀਸਾਈਡ ਵਗੈਰਾ, ਤਾਂ ਕਿ ਜਿਹੜੀਆਂ ਸਟੈਮਸ ਵਗੈਰਾ ਉਹ ਡੈਮੇਜ ਬਰਡਸ ਉਹ ਨਾ ਹੋਣ। ਰਾਈਟ ਓਕੇ। ਹੋਰ ਕੋਈ ਗੱਲ ਕਿਸੇ ਨੇ ਕੋਈ ਐਡ ਕਰਨਾ ਚਾਹੁੰਦੇ? ਬਾਕੀ ਇਹ ਤੋਂ ਬਾਅਦ ਜਦੋਂ ਇਹਨੇ ਪਾਣੀ ਕੱਢ ਦੇਣਾ ਜੀ, ਅਸੀਂ ਤਾਂ ਕਹਿੰਦੇ ਛੇਤੀ ਕੱਢਣਾ ਇਹ ਪਾਣੀ। ਹਾਂਜੀ। ਉਹ ਤੋਂ ਬਾਅਦ ਸਾਡੀ ਪ੍ਰੋਬਲਮ ਹੈ ਇਕਵਿਪਮੈਂਟ ਦੀ। ਰਾਈਟ। ਵੀ ਉਹ ਪ੍ਰਾਇਓਰਟੀ ਦੇ ਤੌਰ ਤੇ ਇਹ ਕਹਿ ਦੇਣ ਵੀ ਜਿਹੜੇ ਫਲੱਡ ਏਰੀਆ ਦੇ ਵਿੱਚ ਆ, ਜਿੱਥੇ ਵੀ ਅਸੀਂ ਲੈ ਕੇ ਜਾਂਦੇ ਹਾਂ ਕੋਈ ਚੀਜ਼ ਫਿਕਸ ਕਰਾਉਣੀ ਹੈ, ਕਿਉਂਕਿ ਸਾਰੇ ਪਾਣੀ ਦੇ ਥੱਲੇ ਆ, ਉਹ ਜਲਦੀ ਫਿਕਸ ਕਰਾ ਦੇਣ ਸਾਡੀ ਇਹਨਾਂ ਨੂੰ, ਜਿਹੜੇ ਵੀ ਸਾਡੇ ਟਰੈਕਟਰਾਂ ਜਿੱਥੋਂ ਅਸੀਂ ਲਏ ਆ ਜਿਹੜੇ, ਰਾਈਟ ਵੀ ਉਹ ਪ੍ਰਾਇਓਰਟੀ ਤੌਰ ਤੇ ਸਾਨੂੰ ਜ਼ਰੂਰ ਫਿਕਸ ਕਰਨੀ ਚਾਹੀਦੀ। ਹਾਂਜੀ, ਜਾਂ ਸਾਨੂੰ ਨਵੇਂ ਦੇ ਦੇਣ ਉਹਨਾਂ ਦੀ ਜਗ੍ਹਾ ਤੇ, ਰਾਈਟ, ਜਾਂ ਕੁਛ ਇੱਦਾਂ ਦਾ ਜਿਹੜੇ ਹੁਣ 6 ਮਹੀਨੇ ਪਹਿਲਾਂ ਲਿਆ ਉਹ ਟ੍ਰੇਡ ਕਰਕੇ ਸਮਥਿੰਗ। ਵੈਰੀ ਗੁੱਡ। ਤੇ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਚੀਜ਼ ਸਾਂਝੀ ਕਰਦਾ, ਚਾਹੇ ਇਨਫੋਰਮੇਸ਼ਨ ਦਾ ਸੋਰਸ ਸਮਝ ਲਓ, ਕਿ ਜਿਹੜੇ ਫੈਡਰਲ ਮਿਨਿਸਟਰ ਆਫ ਐਗਰੀਕਲਚਰ ਹੈ ਮੇਰੀ ਕਲਾਊਡ ਬੀਬੋ, ਉਹਨਾਂ ਦੇ ਥੱਲੇ ਜਿਹੜੀਆਂ ਰਿਸਪੌਂਸੀਬਲ ਆਰਗੇਨਾਈਜੇਸ਼ਨਸ ਕਿਹੜੀਆਂ ਨੇ? ਕੈਨੇਡਾ ਐਗਰੀਕਲਚਰ ਰਿਵਿਊ ਟ੍ਰਿਬਿਊਨਲ, ਕੈਨੇਡਾ ਡੇਅਰੀ ਕਮਿਸ਼ਨ, ਕੈਨੇਡੀਅਨ ਗ੍ਰੇਨ ਕਮਿਸ਼ਨ, ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ, ਫਾਰਮ ਕ੍ਰੈਡਿਟ ਕੈਨੇਡਾ, ਫਾਰਮ ਪ੍ਰੋਡਕਟਸ ਕਾਉਂਸਲ ਆਫ ਕੈਨੇਡਾ। ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਇਹ ਫੈਡਰਲ ਐਗਰੀਕਲਚਰ ਮਿਨਿਸਟਰ ਦੇ ਪ੍ਰੀਵਿਊ ਥੱਲੇ ਆਉਂਦੀਆਂ ਨੇ। ਇਸ ਤੋਂ ਬਿਨਾਂ ਜਿਹੜੀ ਸਟ੍ਰੈਟਜੀ ਹੈ ਐਗਰੀਕਲਚਰ ਨਾਲ ਰਿਲੇਟਡ, ਉਹਦੇ 7 ਕੀ ਐਲੀਮੈਂਟਸ ਕਿਹੜੇ ਨੇ? ਐਨਹਾਂਸ ਓਪਰਚੁਨਿਟੀਜ਼ ਫਾਰ ਐਗਰੀਕਲਚਰ ਐਂਟਰਪ੍ਰਾਈਜ਼, ਐਗਰੀਕਲਚਰ ਐਂਟਰਪ੍ਰਾਈਜ਼ ਦੇ ਲਈ ਓਪਰਚੁਨਿਟੀਜ਼ ਨੂੰ ਵਧਾਉਣਾ। ਐਨਲਾਰਜ ਐਗਰੀਕਲਚਰ ਯੂਜ਼ ਆਫ ਫਾਰਮ ਲੈਂਡ, ਜਿਹੜੀ ਫਾਰਮ ਲੈਂਡ ਹੈ ਉਹਦੀ ਵਰਤੋਂ ਵਧਾਉਣੀ, ਘਟਾਉਣੀ ਨਹੀਂ ਵਧਾਉਣੀ। ਤੇ ਪ੍ਰਮੋਟ ਇੰਟੀਗ੍ਰੇਟਡ ਮੈਨੇਜਮੈਂਟ ਆਫ ਐਗਰੀਕਲਚਰ ਬਾਈ ਪ੍ਰੋਡਕਟਸ, ਜਿਹੜੇ ਬਾਈ ਪ੍ਰੋਡਕਟ ਨੇ ਐਗਰੀਕਲਚਰ ਦੇ, ਉਹਨਾਂ ਦਾ ਇੰਟੀਗ੍ਰੇਟ ਕਰਕੇ ਸੰਯੁਕਤ ਤਰੀਕੇ ਦੇ ਨਾਲ ਉਹਨਾਂ ਦਾ ਮੈਨੇਜਮੈਂਟ ਸਫਲ ਕਰਨਾ। ਪਰਸਿਊ ਐਂਡ ਸਪੋਰਟ ਐਗਰੀਕਲਚਰ ਇੰਡਸਟਰੀ ਇਨਵੈਸਟਮੈਂਟ, ਜਿਹੜੀ ਐਗਰੀਕਲਚਰ ਇੰਡਸਟਰੀ 'ਚ ਇਨਵੈਸਟਮੈਂਟ ਹੁੰਦੀ ਹੈ, ਪੈਸੇ ਲੱਗਦੇ ਨੇ, ਉਹਨੂੰ ਸਪੋਰਟ ਕਰਨਾ ਤੇ ਉਹਦੇ ਲਈ ਸੁਵਿਧਾਵਾਂ ਫਾਰਮਰਸ ਨੂੰ ਦੇਣੀਆਂ। ਇਨਵੈਸਟ ਇਨ ਐਗਰੀਕਲਚਰ ਇਨਫਰਾਸਟਰਕਚਰ, ਜਿਹੜੀ ਐਗਰੀਕਲਚਰ ਦੀ ਇਨਫਰਾਸਟਰਕਚਰ ਹੈ, ਜਿਹੜੇ ਸੜਕਾਂ ਰਸਤੇ ਹੋਰ ਚੀਜ਼ਾਂ ਨੇ ਜਿਹੜੀਆਂ ਐਗਰੀਕਲਚਰ ਨੂੰ ਸਪੋਰਟ ਕਰਦੀਆਂ, ਉਸ ਇਨਫਰਾਸਟਰਕਚਰ ਦੇ ਵਿੱਚ ਇਨਵੈਸਟ ਕਰਨਾ ਗੌਰਮੈਂਟ ਵੱਲੋਂ, ਜਾਂ ਉਹਨਾਂ ਦੀ ਪ੍ਰਮੋਸ਼ਨ ਕਰਨੀ। ਫੋਸਟਰ ਐਗਰੀਕਲਚਰ ਫਰੈਂਡਲੀ ਰੈਗੂਲੇਸ਼ਨਸ, ਜਿਹੜੇ ਰੈਗੂਲੇਸ਼ਨਸ ਗਵਰਨ ਕਰਦੇ ਨੇ ਫਾਰਮਾਂ ਨੂੰ, ਉਹਨਾਂ ਨੂੰ ਜਿਹੜੇ ਫਾਰਮਰਾਂ ਦੇ ਪ੍ਰਤੀ ਫਰੈਂਡਲੀ ਨੇ ਉਹਨਾਂ ਨੂੰ ਪ੍ਰਮੋਟ ਕਰਨਾ। ਤੇ ਫਿਰ ਕਲਟੀਵੇਟ ਪਬਲਿਕ ਸਪੋਰਟ ਫਾਰ ਐਗਰੀਕਲਚਰ, ਜਿਹੜੀ ਐਗਰੀਕਲਚਰ ਹੈ ਦੁਨੀਆ ਪਬਲਿਕ ਉਹਨਾਂ ਨੂੰ ਸਪੋਰਟ ਕਰੇ ਫਾਰਮਾਂ ਨੂੰ, ਇਹਦੇ ਲਈ ਵੀ ਉਹਨਾਂ ਦਾ ਇੱਕ ਸਟ੍ਰੈਟਜੀ ਦਾ ਓਬਜੈਕਟਿਵ ਹੈ। ਫਿਰ ਇਸ ਤੋਂ ਬਿਨਾਂ ਐਗਰੀਕਲਚਰ ਦੇ ਰਿਸੋਰਸਿਸ ਕੀ ਨੇ? ਪ੍ਰੋਵਿੰਸ਼ੀਅਲ ਐਗਰੀਕਲਚਰ ਲੈਂਡ ਕਮਿਸ਼ਨ ਐਕਟ, ਮਿਨਿਸਟਰੀ ਆਫ ਐਗਰੀਕਲਚਰ ਹੈ, BC ਦੇ ਵਿੱਚ ਐਗਰੀਕਲਚਰ ਕਾਉਂਸਲ ਹੈ, BC ਦੇ ਵਿੱਚ ਇਨਵਾਇਰਨਮੈਂਟਲ ਫਾਰਮ ਪਲੈਨਿੰਗ ਪ੍ਰੋਗਰਾਮਸ ਨੇ, ਪ੍ਰੋਟੈਕਸ਼ਨ ਆਫ ਐਗਰੀਕਲਚਰ ਡਿਵੈਲਪਮੈਂਟ ਪਰਮਿਟ ਦੀ ਗਾਈਡਲਾਈਨਸ, ਐਗਰੀਕਲਚਰ ਬਿਲਡਿੰਗ ਸੈਟਬੈਕਸ ਫਰੋਮ ਵਾਟਰ ਕੋਰਸ ਇਨ ਫਾਰਮਿੰਗ ਏਰੀਆਜ਼ ਵਗੈਰਾ ਵਗੈਰਾ। ਇਹ ਮੈਂ ਤਾਂ ਮੈਂਸ਼ਨ ਕੀਤੀਆਂ ਨੇ ਕਿ ਜੇ ਤੁਸੀਂ ਚਿੱਠੀਆਂ ਲਿਖਣੀ ਚਾਹੁੰਦੇ ਹੋ ਫਾਰਮਰਸ ਵੱਲੋਂ ਗੌਰਮੈਂਟਾਂ ਨੂੰ ਜਾਂ ਮਿਨਿਸਟਰਾਂ ਨੂੰ ਜਾਂ ਜ਼ਿੰਮੇਵਾਰ ਅਧਿਕਾਰੀਆਂ ਨੂੰ, ਤਾਂ ਤੁਸੀਂ ਗੂਗਲ 'ਤੇ ਸਰਚ ਕਰਨੀ ਹੈ ਜਾਂ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਤਾਂ ਇਹ ਚੀਜ਼ਾਂ ਸ਼ਾਇਦ ਤੁਹਾਡੀ ਮਦਦ ਕਰ ਸਕਣ। ਸੋ ਮੈਂ ਅੰਤ ਦੇ ਵਿੱਚ ਇਹ ਕਹਿਣਾ ਚਾਹਾਂਗਾ, ਇਹਨਾਂ ਸਾਰੇ ਫਾਰਮਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਹੋਰ ਜਿਹੜੇ ਫਾਰਮਰਸ ਨੇ, ਜੇ ਤੁਹਾਡੇ ਕੋਈ ਇਸ਼ੂਜ਼ ਨੇ
ਤੁਸੀਂ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਸੰਪਰਕ ਵੀ ਪੈਦਾ ਕਰ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ, WhatsApp ਕਰ ਸਕਦੇ ਹੋ, ਅਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਸਾਡੇ ਫੇਸਬੁੱਕ 'ਤੇ ਜਾਂ YouTube ਦੇ ਚੈਨਲਾਂ ਦੇ ਉੱਤੇ ਆਪਣੇ ਕਮੈਂਟ ਵੀ ਕਰ ਸਕਦੇ ਹਾਂ। ਸੋ ਮੈਂ ਅਖੀਰ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਮੌਸਮ ਦੀ ਕਰੋਪੀ ਦੇ ਨਾਲ ਭਾਵੇਂ ਪਹਿਲਾਂ ਹੀਟ ਵੇਵ ਆਈ, ਫਸਲਾਂ ਸੁੱਕੀਆਂ, ਨੁਕਸਾਨ ਹੋਏ, ਉਸ ਤੋਂ ਬਾਅਦ ਇਹ ਮੀਂਹ ਪਏ, ਇਹਦੇ ਨਾਲ ਨੁਕਸਾਨ ਹੋਏ, ਹੜ੍ਹ ਆਏ, ਹੜ੍ਹਾਂ ਦੇ ਨਾਲ ਫਸਲਾਂ ਦੇ ਨੁਕਸਾਨ ਹੋਏ, ਉਹਦੇ ਨਾਲ ਫਾਰਮਰਾਂ ਦੇ ਮੋਰਾਲ ਨੂੰ, ਉਹਨਾਂ ਦੇ ਸਾਈਕੋਲੋਜੀਕਲ ਮਿਕਦਾਰ ਨੂੰ ਕਿਸ ਤਰੀਕੇ ਨਾਲ ਹਰਟ ਹੋਏ ਨੇ, ਉਹਨਾਂ ਨੂੰ ਗਵਰਨਮੈਂਟਾਂ ਕੀ ਕਰ ਰਹੀਆਂ, ਅਸੀਂ ਆਪਣਾ ਭਾਈਚਾਰਾ ਇੱਕ ਦੂਜੇ ਦੀ ਕਿੱਦਾਂ ਮਦਦ ਕਰ ਸਕਦੇ ਹਾਂ, ਗੌਰਮੈਂਟਸ ਤੋਂ ਆਰਗੇਨਾਈਜ਼ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਮਦਦ ਲੈ ਸਕਦੇ ਹਾਂ, ਅਤੇ ਚਾਹੇ ਉਹ ਇੰਸ਼ੋਰੈਂਸ ਕੰਪਨੀਆਂ ਨੇ, ਚਾਹੇ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ। ਜਦੋਂ ਕੋਵਿਡ ਦੀ ਪੈਂਡੈਮਿਕ ਸ਼ੁਰੂ ਹੋਇਆ ਤਾਂ ਗਵਰਨਮੈਂਟਾਂ ਨੇ ਜਿਹੜੇ ਮਾਲਕ ਮਕਾਨ ਸੀ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਕਿਰਾਏਦਾਰਾਂ ਨੂੰ ਬਾਹਰ ਨਾ ਕੱਢੋ, ਕੁਛ ਦੇਰ ਵੇਟ ਕਰੋ। ਜੇ ਫਾਰਮਰਸ ਦੇ ਕਰੋਪੀ ਆਈ ਹੈ ਤਾਂ ਗਵਰਨਮੈਂਟਾਂ ਦਾ ਫਰਜ਼ ਬਣਦਾ ਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਹਿਣ ਕਿ ਇਹਨਾਂ ਦੀਆਂ ਬਣਦੀਆਂ ਮੌਰਗੇਜ ਦੀਆਂ ਪੇਮੈਂਟਾਂ ਕੀ ਉਹਨਾਂ ਨੂੰ ਡੈਫਰ ਕਰ ਸਕਦੇ ਨੇ, ਕੀ ਉਹਨਾਂ ਨੂੰ ਡਿਲੇ ਕਰ ਸਕਦੇ ਨੇ, ਕਿ ਗਵਰਨਮੈਂਟਾਂ ਉਹਨਾਂ ਦੇ ਲਈ ਕੋਈ ਸਪੈਸ਼ਲ ਪ੍ਰੋਗਰਾਮ ਲਿਆ ਕੇ ਇਹਨਾਂ ਨੂੰ ਸਬਸਿਡੀਆਂ ਦੇ ਸਕਦੇ ਨੇ ਤਾਂ ਕਿ ਇਹ ਆਪਣੀਆਂ ਕਿਸ਼ਤਾਂ ਪੇ ਕਰ ਸਕਣ, ਆਪਣੇ EMPLOYEES ਨੂੰ ਪੇ ਕਰ ਸਕਣ ਅਤੇ ਆਪਣੀਆਂ ਫਾਰਮਰਸ ਦੀ ਸੰਭਾਲ ਕਰ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਫੇਰ ਵਿਕਸਿਤ ਤਰੀਕੇ ਦੇ ਨਾਲ ਆਪਣੇ ਫਾਰਮਰਸ ਨੂੰ ਪਹਿਲਾਂ ਨਾਲੋਂ ਵੀ ਬੈਟਰ ਸਿਚੁਏਸ਼ਨ ਦੇ ਵਿੱਚ ਲਿਜਾ ਸਕਣ। ਇਸੇ ਤਰ੍ਹਾਂ ਇੰਸ਼ੋਰੈਂਸ ਕੰਪਨੀਜ਼, ਕਿ ਇੰਸ਼ੋਰੈਂਸ ਕੰਪਨੀਜ਼ ਦੇ ਉੱਤੇ ਜਿਹੜੀਆਂ ਇਹਨਾਂ ਦੇ ਨੁਕਸਾਨ ਹੋਏ ਨੇ ਉਹਨੂੰ ਹਾਸਲ ਕਰਨ ਦੇ ਵਿੱਚ ਕਿ ਗਵਰਨਮੈਂਟ ਇੱਕ ਕੰਬਾਈਨਡ ਰਿਸਪੌਂਸਿਬਿਲਿਟੀ ਉਹਨਾਂ ਦੇ ਉੱਤੇ ਮੜ ਸਕਦੀ ਹੈ, ਜਾਂ ਉਹਨਾਂ ਨੂੰ ਅਕਾਊਂਟੇਬਲ ਕਰ ਸਕਦੇ ਨੇ, ਜਾਂ ਇਹਨਾਂ ਦੇ ਲਈ ਉਹ ਰੈਗੂਲੇਸ਼ਨਸ ਜਿਨ੍ਹਾਂ ਦੇ ਥਰੂ ਇਹ ਮਦਦ ਲੈ ਸਕਦੇ ਨੇ ਉਹਨਾਂ ਨੂੰ ਸੁਖਾਵੇਂ ਕਰ ਸਕਦੇ ਨੇ। ਇਹਨਾਂ ਦੇ ਲਈ ਫਾਰਮਰਸ ਦੇ ਲਈ ਕੀ ਕੋਈ ਇੱਕ ਟੋਲ ਫਰੀ ਲਾਈਨ, ਗਵਰਨਮੈਂਟ ਦੀ ਐਮਰਜੈਂਸੀ ਲਾਈਨ ਖੋਲ੍ਹੀ ਗਈ ਹੈ ਜਿੱਥੇ ਇਹ ਆਪਦੇ ਦੁੱਖ ਅਤੇ ਆਪਦੇ ਜਿਹੜੇ ਇਹਨਾਂ ਦੇ ਦਰਦਨਾਕ ਸਿਚੁਏਸ਼ਨ ਹੈ ਜਾਂ ਆਪਦੀਆਂ ਲੋੜਾਂ ਨੇ ਉਸ ਤੱਕ ਸਾਂਝੀਆਂ ਕਰ ਸਕਣ। ਸੋ ਇਸ ਦੇ ਨਾਲ ਮੈਂ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਅਤੇ ਮੇਰੇ ਸਾਰੇ ਗੈਸਟਸ ਦਾ ਇੱਕ ਵਾਰੀ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਕਿ ਸਮੁੱਚੇ ਤੌਰ 'ਤੇ ਸਾਰਾ ਭਾਈਚਾਰਾ ਇਕਮੁੱਠ ਹੋ ਕੇ ਇਹਨਾਂ ਪ੍ਰੋਬਲਮਾਂ ਤੋਂ ਅੱਗੇ ਲੰਘ ਕੇ ਆਪਣੇ ਮੋਰਾਲ ਨੂੰ ਹਾਈ ਕਰਕੇ ਇੱਕ ਵਾਰੀ ਫੇਰ ਚੜ੍ਹਦੀ ਕਲਾ ਦਾ ਪ੍ਰਤੀਕ ਰਵੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪ੍ਰਾਈਮ ਏਸ਼ੀਆ ਟੀਵੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਵੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।